ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਬਰਾੜ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਪ੍ਰਾਈਮ ਟਾਈਮ 'ਚ ਗੱਲ ਹੋਏਗੀ ਕਿਸਾਨਾਂ ਦੀ ਰਣਨੀਤੀ ਦੀ, ਔਰ ਖਾਸ ਤੌਰ ਤੇ ਜਿਹੜਾ ਰਾਕੇਸ਼ ਟਿਕੈਤ ਦਾ ਅੱਜ ਬਿਆਨ ਮੀਡੀਆ ਦੀਆਂ ਸੁਰਖੀਆਂ ਬਣਿਆ। ਉਹ ਬਿਆਨ ਜਿਸ ਦੇ ਵਿੱਚ ਰਾਕੇਸ਼ ਟਿਕੈਤ ਨੇ ਸੰਸਦ ਘੇਰਨ ਦੀ ਸਿੱਧੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਹੁਣ ਸਰਕਾਰ ਇਸ ਨੂੰ ਕਿਸ ਲਿਹਾਜ਼ ਨਾਲ ਦੇਖ ਰਹੀ ਹੈ ਜਾਂ ਕਿਸਾਨ ਆਗੂਆਂ ਦੇ ਇਹ ਚੇਤਾਵਨੀ ਦੇਣ ਦੇ ਮਾਇਨੇ ਕੀ ਨੇ। ਰਾਕੇਸ਼ ਟਿਕੈਤ ਨੇ ਸਿੱਧੇ ਤੌਰ ਤੇ ਕਿਹਾ ਕਿ ਜੇ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਹੁਣ ਸੰਸਦ ਦਾ ਘਿਰਾਓ ਕਿਸਾਨਾਂ ਦਾ ਅਗਲਾ ਕਦਮ ਹੋਏਗਾ, ਔਰ ਇਸ ਵਾਰ ਟਰੈਕਟਰ 4 ਲੱਖ ਨਹੀਂ 40 ਲੱਖ ਹੋਣਗੇ। ਸਭ ਤੋਂ ਪਹਿਲਾਂ ਇੱਕ ਰਿਪੋਰਟ ਦਿਖਾਉਣੇ ਆ ਕਿ ਰਾਕੇਸ਼ ਟਿਕੈਤ ਨੇ ਇਹ ਬਿਆਨ ਕਿੱਥੇ ਤੇ ਕਿਉਂ ਦਿੱਤਾ ਤੇ ਉਸ ਦੇ ਸੰਦਰਭ ਕੀ ਨੇ। ਉਸ ਤੋਂ ਬਾਅਦ ਅੱਜ ਦੇ ਸਵਾਲ ਦਾ ਜ਼ਿਕਰ ਕਰਾਂਗੇ ਔਰ ਮਹਿਮਾਨ ਸਾਡੇ ਨਾਲ ਜੁੜਨਗੇ ਔਰ ਇਸੇ ਮੁੱਦੇ ਤੋਂ ਅੱਜ ਚਰਚਾ ਨੂੰ ਅੱਗੇ ਵਧਾਵਾਂਗੇ। ਸਭ ਤੋਂ ਪਹਿਲਾਂ ਰਿਪੋਰਟ ਦਿਖਾਉਣੇ ਆ। लगाव होगा। पार्लियामेंट बजाएंगे, कहीं का जाएंगे। ये 4 लाख ट्रैक्टर नहीं होगा, 40 लाख ट्रैक्टर जाएगा, 40 लाख ट्रैक्टर। इन्हें अग्रेसिव किसान आगू राकेश टिकैत। केंद्र सरकार ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਅਗਲੇ ਸਮੇਂ ਦੇ ਵਿੱਚ ਤਿੱਖਾ ਮੋੜ ਲੈ ਸਕਦਾ ਹੈ, ਜਿਸ ਦਾ ਅੰਦਾਜ਼ਾ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਐਲਾਨ ਤੋਂ ਲਗਾਇਆ ਜਾ ਸਕਦਾ ਹੈ। ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨ ਪਾਰਲੀਮੈਂਟ ਦਾ ਘਿਰਾਓ ਕਰਨਗੇ। ਟਿਕੈਤ ਨੇ ਕਿਸਾਨਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਹੌਕਾ ਵੀ ਦਿੱਤਾ, ਕਿਉਂਕਿ ਦਿੱਲੀ ਮਾਰਚ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। और ये किसान भी वही है। अब की कॉल पार्लियामेंट की होगी, पार्लियामेंट की, और कहे का जाएंगे, पार्लियामेंट बजाएंगे, कहे का जाएंगे। ਰਾਕੇਸ਼ ਟਿਕੈਤ ਮੰਗਲਵਾਰ ਨੂੰ ਰਾਜਸਥਾਨ ਦੇ ਸੀਕਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿੱਥੇ ਉਹਨਾਂ ਐਲਾਨ ਕੀਤਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ। ਸਟੇਜ ਤੋਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ 4 ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ। ਆਪਣੇ ਅੰਦਾਜ਼ ਦੇ ਵਿੱਚ ਬੋਲਣ ਲੱਗੇ ਕਿਸਾਨ ਆਗੂ ਰਾਕੇਸ਼ ਟਿਕੈਤ ਇੱਥੇ ਨਹੀਂ ਰੁਕੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨ ਇੰਡੀਆ ਗੇਟ ਨੇੜੇ ਪਾਰਕਾਂ ਨੂੰ ਵਾਹ ਦੇਣਗੇ ਤੇ ਉੱਥੇ ਫਸਲਾਂ ਉਗਾਉਣਗੇ। ये 4 लाख ट्रैक्टर नहीं होगा, 40 लाख ट्रैक्टर जाएगा, 40 लाख ट्रैक्टर। अब की बार हर क्रांति होगी। हर क्रांति में क्या क्या चीज इस्तेमाल होती है, वो सारी चीजें इस्तेमाल होगी हर क्रांति में। वो 12 सिंगा भी जाएगा, 6 सिंगा भी जाएगा, उसमें वो सारे जाएंगे। या तो कानून वापसी ले लें, MSP पे कानून बना दें। ये किसान बाजरी 26 ਜਨਵਰੀ ਨੂੰ ਲਾਲ ਕਿਲਾ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਕਿਸਾਨ ਬੈਕਫੁੱਟ ਤੇ ਨਜ਼ਰ ਆ ਰਹੇ ਸਨ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਕੋਈ ਤਿੱਖੇ ਐਕਸ਼ਨ ਲੈਣ ਦੀ ਥਾਂ ਮਹਾਪੰਚਾਇਤ ਜ਼ਰੀਏ ਲੋਕਾਂ ਨੂੰ ਲਾਮਬੰਦ ਕਰਨ ਦੀ ਰਣਨੀਤੀ ਬਣਾਈ। ਪਰ ਹੁਣ ਕਿਸਾਨ ਲੀਡਰ ਨੇ ਐਲਾਨ ਕੀਤਾ ਹੈ ਕਿ 28 ਫਰਵਰੀ ਨੂੰ ਅੰਦੋਲਨ ਤੀਜੇ ਫੇਜ਼ ਦੇ ਵਿੱਚ ਸ਼ਾਮਲ ਹੋਵੇਗਾ, ਤਾਂ ਤਿੱਖੇ ਐਕਸ਼ਨ ਲਏ ਜਾ ਸਕਦੇ ਨੇ, ਜਿਸ ਦੇ ਸੰਕੇਤ ਰਾਕੇਸ਼ ਟਿਕੈਤ ਇਸ ਸਟੇਜ ਤੋਂ ਜ਼ਰੂਰ ਦੇ ਚੁੱਕੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇਹ ਰਿਪੋਰਟ ਅਸੀਂ ਤੁਹਾਨੂੰ ਜਿਹੜੀ ਦਿਖਾਈ, ਦਰਅਸਲ ਇਹ ਸੀਕਰ ਦੇ ਵਿੱਚ ਰਾਜਸਥਾਨ ਦੇ ਸੀਕਰ 'ਚ ਮਹਾਪੰਚਾਇਤ ਹੋਈ ਸੀ ਔਰ ਉਸ ਮਹਾਪੰਚਾਇਤ ਨੂੰ ਰਾਕੇਸ਼ ਟਿਕੈਤ ਸੰਬੋਧਨ ਕਰ ਰਹੇ ਸੀ। ਔਰ ਉਸ ਤੋਂ ਬਾਅਦ ਉਸ ਮੌਕੇ ਤੇ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਇਸ ਸਿੱਧੀ ਚੇਤਾਵਨੀ ਦਿੱਤੀ, ਇਸ ਲਹਿਜੇ ਦੇ ਵਿੱਚ, ਇਸ ਸੰਦਰਭ ਦੇ ਵਿੱਚ ਕਿ ਹੁਣ ਅਗਲਾ ਕਦਮ ਸੰਸਦ ਘੇਰਨਾ ਹੋ ਸਕਦਾ ਹੈ। ਸੋ ਅੱਜ ਦਾ ਸਾਡਾ ਸਵਾਲ ਵੀ ਇਸੇ ਨਾਲ ਜੁੜਿਆ ਹੋਇਆ ਹੈ। ਦਰਸ਼ਕਾਂ ਨੂੰ ਅਸੀਂ ਜਿਵੇਂ ਹਰ ਰੋਜ਼ ਇੱਕ ਸਵਾਲ ਪੁੱਛਦੇ ਹਾਂ, ਅੱਜ ਦਾ ਸਵਾਲ ਵੀ ਇਹੀ ਹੈ ਕਿ ਕੀ ਹੁਣ ਅਗਲਾ ਕਦਮ ਜੋ ਕਿਸਾਨ ਉਲੀਕਣ ਦੀ ਤਿਆਰੀ ਕਰ ਰਹੇ ਨੇ ਕਿ ਕੀ ਸੰਸਦ ਘੇਰ ਕੇ ਹੀ, ਯਾਨੀ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਰਾਹ ਹੁਣ ਸੰਸਦ ਘੇਰਨਾ ਹੀ ਹੈ। ਜਿਹੜੇ ਦਰਸ਼ਕ ਸਮਝਦੇ ਨੇ ਹਾਂ, ਉਹ ਟਾਈਪ ਕਰ ਸਕਦੇ ਨੇ ਨਿਊਜ਼ 18 PHHY ਤੇ ਨਾਂ ਦੇ ਲਈ ਟਾਈਪ ਕਰ ਸਕਦੇ ਨੇ ਨਿਊਜ਼ 18 PHHN। ਭੇਜ ਦਿਓ 56677 ਤੇ। ਸਵਾਲ ਇੱਕ ਵਾਰੀ ਫਿਰ ਦੱਸ ਦਿੰਦੇ ਆ ਕਿ ਕੀ ਹੁਣ ਖੇਤੀ ਕਾਨੂੰਨ ਵਾਪਸ ਕਰਵਾਉਣ ਦਾ ਜਿਹੜਾ ਰਸਤਾ ਹੈ ਉਹ ਸੰਸਦ ਹੀ ਹੈ, ਵਾਇਆ ਸੰਸਦ ਘੇਰਨਾ ਹੀ ਹੈ, ਜਾਂ ਦਰਸ਼ਕ ਇਸ ਬਾਰੇ ਆਪਣੀ ਕੀ ਰਾਏ ਰੱਖਦੇ ਨੇ ਉਹ ਸਾਨੂੰ ਜਵਾਬ ਆਪਣਾ ਭੇਜਣ। ਇਸ ਦਾ ਅਸੀਂ ਜਵਾਬ ਇਸ ਸਵਾਲ ਦਾ ਇਸ डिबेट के अंत दे विच दर्शकों को दसांगे। सवाल होर भी बहुत सारे ने कि राकेश टिकैत के इस बयान के मायने की ने, कि हुण यही रस्ता बचा है इन्हां कानूनां नूं वापस करवाउण दा,
ਜਾਂ ਇੱਕ ਇਹ ਵੀ ਇਸ ਦੇ ਵਿੱਚ ਸਵਾਲ ਹੈ ਕਿ ਬਾਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਕੀ ਇਸੇ ਰਣਨੀਤੀ ਤੇ ਕੰਮ ਕਰ ਰਿਹਾ ਹੈ, ਕਿਉਂਕਿ ਇੱਕ ਪਾਸੇ ਮਹਾਪੰਚਾਇਤਾਂ ਵੀ ਚੱਲ ਰਹੀਆਂ ਨੇ, ਜਾਂ ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ਕੁਝ ਹੋਰ ਹੈ, ਕਿਉਂਕਿ ਇਹ ਬਿਆਨ ਰਾਕੇਸ਼ ਟਕੈਤ ਵੱਲੋਂ ਦਿੱਤਾ ਗਿਆ। ਸੋ ਕੀ ਕਿਸਾਨ ਜਥੇਬੰਦੀਆਂ ਦਿੱਲੀ 'ਚ ਐਂਟਰੀ ਦੀ ਤਿਆਰੀ ਕਰ ਰਹੀਆਂ ਨੇ? 26 ਜਨਵਰੀ ਦੀ ਘਟਨਾ ਤੋਂ ਬਾਅਦ ਕੀ ਸੰਸਦ ਦਾ ਘਿਰਾਓ ਆਸਾਨ ਹੋਏਗਾ? ਕਿਉਂਕਿ 26 ਜਨਵਰੀ ਨੂੰ ਜੋ ਕੁਝ ਹੋਇਆ ਉਸ ਤੋਂ ਬਾਅਦ ਮਾਹੌਲ ਬੜਾ ਸੈਂਸਿਟਿਵ ਬਣ ਗਿਆ, ਔਰ ਹੁਣ ਦੁਬਾਰਾ ਇੱਕ ਉਸ ਤਰੀਕੇ ਦਾ ਪ੍ਰੋਗਰਾਮ ਉਲੀਕਣਾ ਬਹੁਤ ਵੱਡੀ ਚੁਣੌਤੀ ਜਥੇਬੰਦੀਆਂ ਦੇ ਲਈ ਵੀ ਹੋ ਸਕਦੀ ਹੈ। ਸੋ 26 ਜਨਵਰੀ ਵਰਗੇ ਹਾਲਾਤ ਨਾ ਹੋਣ, ਇਸ ਦੇ ਲਈ ਕਿਸਾਨਾਂ ਦੇ ਕੋਲ ਪਲਾਨ ਕੀ ਹੈ? ਇਸ ਤਰੀਕੇ ਇਹ ਸਾਰੇ ਸਵਾਲ ਨੇ ਜਿਸ ਤੇ ਅੱਜ ਦੀ ਡਿਬੇਟ ਅਸੀਂ ਫੋਕਸ ਕਰਾਂਗੇ। ਸਾਡੇ ਨਾਲ ਮਾਹਿਰ ਜੁੜੇ ਨੇ, ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਇਸ ਮੋਰਚੇ ਦੇ ਨਾਲ ਪਹਿਲੇ ਦਿਨੋਂ ਜੁੜੇ ਹੋਏ ਨੇ ਔਰ ਹਰ ਜਿਹੜੀ ਗਤੀਵਿਧੀ ਹੈ, ਹਰ ਰਣਨੀਤੀ ਹੈ, ਉਸ ਨੂੰ ਬੜੀ ਬਰੀਕੀ ਦੇ ਨਾਲ, ਬੜੀ ਬਖੂਬੀ ਸਮਝਦੇ ਨੇ। ਜੋ ਕੁਝ ਹੁਣ ਤੱਕ ਇਸ ਅੰਦੋਲਨ ਦੇ ਵਿੱਚ ਹੋਇਆ, ਚਾਹੇ ਸਰਕ ਹੋਇਆ ਹੋਵੇ, ਚਾਹੇ ਕਿਸਾਨ ਦੇ ਐਂਗਲ ਤੋਂ ਹੋਇਆ ਹੋਵੇ। ਦੂਸਰੇ ਮਹਿਮਾਨ ਸਾਡੇ ਨਾਲ ਕੁਲਦੀਪ ਸਿੰਘ ਵੈਦ ਜੁੜੇ ਨੇ, ਬੀਜੇਪੀ ਤੋਂ ਸਾਡੇ ਨਾਲ ਸੁਰਜੀਤ ਕੁਮਾਰ ਜਿਆਨੀ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਸਾਡੇ ਨਾਲ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਪ੍ਰੋਫੈਸਰ ਮਨਜੀਤ, ਸਟਾਰਟ ਮੈਂ ਤੁਹਾਡੇ ਤੋਂ ਕਰਨਾ ਚਾਹੂੰਗਾ। ਜੋ ਸਵਾਲ ਸੀ, ਜਿਸ ਤਰੀਕੇ ਨਾਲ ਮੈਂ ਕਹਿ ਰਿਹਾ ਸੀ ਕਿ ਕੀ ਰਾਕੇਸ਼ ਟਕੈਤ ਨੇ ਜਿਵੇਂ ਇਹ ਬਿਆਨ ਦਿੱਤਾ, ਹਾਲਾਂਕਿ ਹਲੇ ਉਹਨਾਂ ਨੇ ਇੱਕ ਸਟੇਜ ਤੇ ਆਪਣੇ ਪੱਧਰ ਤੇ ਐਲਾਨ ਕੀਤਾ ਕਿ ਇਸ ਵਾਰੀ ਹੁਣ ਅਸੀਂ ਸੰਸਦ ਘੇਰਾਂਗੇ ਤੇ ਟਰੈਕਟਰ 4 ਲੱਖ ਨਹੀਂ 40 ਲੱਖ ਹੋਣਗੇ। ਇਹਦੇ ਨਾਲ ਬੜੇ ਸਾਰੇ ਸਵਾਲ ਜੁੜਦੇ ਨੇ ਕਿ ਇਸ ਰਣਨੀਤੀ ਨੂੰ ਕਿਸ ਸੰਦਰਭ ਦੇ ਵਿੱਚ ਦੇਖਿਆ ਜਾਵੇ। ਕੀ ਇਹ ਸਮਝਿਆ ਜਾਵੇ ਕਿ ਹੁਣ ਰਸਤਾ ਕਿਸਾਨਾਂ ਕੋਲ ਇਹੀ ਬਚਦਾ ਕਿ ਦੁਬਾਰਾ ਦਿੱਲੀ ਨੂੰ ਘੇਰਨ ਦੀ ਕੋਈ ਐਸੀ ਵੱਡੀ ਰਣਨੀਤੀ ਬਣਾਈ ਜਾਵੇ? ਔਰ ਜੇ ਇਹ ਰਣਨੀਤੀ ਬਣਦੀ ਹੈ ਤਾਂ ਚੁਣੌਤੀਆਂ ਕਿੱਡੀਆਂ ਵੱਡੀਆਂ ਸਮਝਦੇ ਹੋ? नहीं बिल्कुल ठीक है। तो और तुसी ये बड़ा वाजिब सवाल रखा और बड़ा टाइमली रखा आ जी। एक गल तो बड़ी साफ है कि टिकैत साहब का जिहड़ा चेहरा बहुत वड्डा चेहरा मर्ज होके आया 26 जनवरी नूं बाद, खास करके जो 27 की रात नूं जिस ढंग नाल सारा कुछ होया तो उदों बाद उन्हां दे अथरुआं ने जिहड़ा बाकी सारे इस रीजन दे विच उछाला दिता वो सानूं साफ दिखदा। पर एक गल का मैनू जरूर थोड़ा जिहा कदी कदी शंका हुंदा आ, मैं आई विश कि वो मेरा गलत होवे कि सानू किसी भी तरीके दे नाल तालमेल नहीं घटाउणा चाहिए। तुसीं देखो मैं इन्हां मीटिंगां 'च इत्थे किसान भवन चंडीगढ़ दे विच शामिल हुंदा रहा हां, मैं देखिया कि छोटे छोटे पॉइंट दे उत्ते घंटियां पार बहस तो बाद एक सहमति बनाई जाती सी ते उहदे ते अमल किया जाता सी। कोई बंदा उस अमल तो बाद जिहड़ी एक फैसला हो जाए, कोई बाहरा बयान नहीं सी दिंदा। इस करके हुण भी सानू ये चाहिए कि वो प्रथा जिहड़ी पाई है, जिस करके असीं एडे वड्डे मोर्चे नूं इन्ने डाइवर्स हुंदे होए भी जिहड़े कदी एक दूजे दे नेड़े नहीं सी बैठदे, वो सारियां यूनियनां जे इकट्ठियां चल रहीआं ते जिहड़ी वो पिरत पाई आ जां जिस किस्म दे असीं पूरने पाए आ शुरू च उसे ते ही चल के भाव है कि इहो जिहा बयान निजी तौर ते नहीं, एक पूरी संपूर्ण रणनीति दे तहत होना चाहिए। ये कहना चाह रहे हो प्रोफेसर साहब? बिल्कुल बराड़ साहब, मैं यही कहना चाहूँगा, मैनू थोड़ा जिहा टाइम दे दो, मैं इस गल नूं परस्पैक्टिव च रखदा ताकि डिस्कशन जिहड़ी है सारी ज़्यादा मीनिंगफुल हो जाऊगी। तुहानूं याद है कि पहला बयान इन्हां ने अपने तौर ते निजी तौर ते 2 अक्तूबर का देता सी कि असीं 2 अक्तूबर तक इत्थे बैठांगे। ਉਹਦੇ ਨਾਲ भी सानू समझ नहीं सी पई कि 2 अक्तूबर की तरीक कित्थों आ गई, किहने दित्ती, कि संयुक्त किसान मोर्चे ने दित्ती है कि टकैत साहब ने दित्ती है। चलो वो गल एड्डी वड्डी नहीं सी, आई गई हो गई कि चलो जी लंबी देर तक लंबा संघर्ष चलूगा, ਉਹਦਾ ਕੰਟੈਕਸਟ ਇਹ है। फिर उन्होंने ਜਿਹੜਾ ਉਹਦੇ ਨਾਲੋਂ थोड़ा सानू बयान लगा कि ਜਿਹੜਾ ज़्यादा तिखा सी, जिहदी लोड़ कोई नहीं सी, ਉਹ ਉਹਨਾਂ ਨੇ ਦੇਤਾ ਕਿ ਕਿਸਾਨਾਂ ਦੀਆਂ ਜੇ ਮੰਗਾਂ ਨਾ ਮੰਨੀਆਂ ਗਈਆਂ ਤੇ ਉਹ ਆਪਣੀਆਂ ਫਸਲਾਂ ਫੂਕ ਕੇ ਆਪਣਾ ਰੋਸ ਪ੍ਰਗਟ ਕਰਨਗੇ। ਅਸੀਂ ਉਸੇ ਦਿਨ ਹੀ ਇਸ ਗੱਲ ਨੂੰ ਕ੍ਰਿਟੀਕਲੀ ਲਿਆ ਵਿਦ ਦ ਪਿੰਚ ਆਫ ਸਾਲਟ। ਅਸੀਂ ਕਿਹਾ ਕਿ ਨਾ 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 ਨਾ, ਇਹ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਤਾਂ ਕਿਸਾਨਾਂ ਦੀ ਹੈ ਹੀ ਨਹੀਂ, ਅਸਲ ਵਿੱਚ ਆੜਤੀਆਂ ਦੀ ਹੈ। ਕਿਉਂਕਿ ਉਹ ਤੁਸੀਂ ਪਹਿਲਾਂ ਹੀ ਯਾਨੀ ਕਰਜ਼ੇ ਇੰਨੇ ਲਏ ਹੁੰਦੇ ਆ ਕਿ ਫਸਲ ਉੱਤੇ ਸੁੱਟ ਕੇ ਆਉਂਦੇ ਆ ਤੇ ਨਵਾਂ ਕਰਜ਼ਾ ਲੈ ਲੈਂਦੇ ਆ ਤੇ ਫਿਰ ਕਿਵੇਂ ਕੰਮ ਚੱਲੂ? ਇਹ ਕੰਮ ਸਾਨੂੰ ਇਸ ਕਿਸਮ ਦਾ ਨਹੀਂ ਕੋਈ ਕਾਲ ਦੇਣੀ ਚਾਹੀਦੀ, ਇਸ਼ਾਰਾ ਨਹੀਂ ਦੇਣਾ ਚਾਹੀਦਾ। ਚੰਗੀ ਗੱਲ ਇਹ ਹੋਈ ਆ ਬਰਾੜ ਸਾਹਿਬ ਕਿ ਉਸ ਬਿਆਨ ਨੂੰ ਉਹਨਾਂ ਨੇ ਵਾਪਸ ਲੈ ਲਿਆ, ਪਰ ਉਹਦੇ ਬਾਵਜੂਦ ਵੀ ਹਰਿਆਣੇ 'ਚ, ਯੂਪੀ 'ਚ, ਅੱਜ ਪੰਜਾਬ ਦੇ ਵਿੱਚ ਵੀ ਕੁਝ ਕਿਸਾਨਾਂ ਨੇ ਆਪਣੀਆਂ ਫਸਲਾਂ ਵਾਹਤੀਆਂ। 3 ਏਕੜ ਪੰਜਾਬ 'ਚ ਵਾਹਤੀ, ਕੁਝ ਹਰਿਆਣੇ 'ਚ ਹੋਈ, ਯੂਪੀ 'ਚ ਹੋਈ। ਉਹਨਾਂ ਨੇ ਕਿਹਾ ਕਿ ਨਾ ਨਾ ਇਹ ਕੰਮ ਬੰਦ ਕਰੋ, ਚੰਗੀ ਗੱਲ ਹੋ ਗਈ, ਉਹ ਖਤਮ ਹੋ ਗਈ। ਇਹ ਲੇਟੈਸਟ ਜਿਹੜਾ ਸੀਕਰ 'ਚ ਬਿਆਨ ਦਿੱਤਾ
ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਗੱਲ ਨੂੰ ਬਾਰ-ਬਾਰ ਸੋਚ ਕੇ ਚਿੱਥ ਕੇ ਗੱਲ ਕਰਨੀ ਚਾਹੀਦੀ ਹੈ। ਠੀਕ ਹੈ, ਤੁਸੀਂ ਆਪਾਂ ਨੂੰ ਹਰ ਲੀਡਰ ਦਾ ਇੱਕ ਲਹਿਜਾ ਹੁੰਦਾ ਗੱਲ ਕਰਦਾ, ਕਈ ਵਾਰੀ ਤੁਸੀਂ ਵਧਾ ਚੜਾ ਕੇ ਗੱਲ ਕਰਦੇ ਆ, ਲੋਕਾਂ 'ਚ ਜੋਸ਼ ਭਰ ਲਈ ਕਰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਿਣਤੀ ਵੀ ਦੱਸ ਦਿਓ ਕਿ 40 ਲੱਖ ਟਰੈਕਟਰ ਹੋਊਗਾ, ਉਹ ਫਿਰ ਘੇਰਾਓ ਕਰੂਗਾ, ਫਿਰ ਉੱਥੇ ਇੰਡੀਆ ਗੇਟ ਦੇ ਲਾਗੇ ਅਸੀਂ ਉੱਥੇ ਇਹ ਵੀ ਕਰਾਂਗੇ ਕਿ ਜਿਹੜੇ ਲੌਨ ਆ ਉਹਨਾਂ 'ਚ ਵਾਹ ਕੇ ਖੇਤੀ ਕਰ ਦਿਆਂਗੇ, ਪਾਰਲੀਮੈਂਟ ਘੇਰੀ ਜਾਊ, ਆਪਾਂ ਲਾਲ ਕਿਲੇ 'ਚ ਨਹੀਂ ਜਾਵਾਂਗੇ, ਉੱਥੇ ਤੇ ਭੂਤ ਵੱਸਦੇ ਆ, ਅਸੀਂ ਉੱਥੇ ਨਹੀਂ ਜਾਣਾ। ਮਤਲਬ ਇੱਕ ਟੋਟਲ ਤੁਸੀਂ ਸਿਨੈਰੀਓ ਖੜਾ ਕਰ ਦਿੰਦੇ ਆ। ਜਦੋਂ ਤੁਸੀਂ ਹੁਣ ਪਿੱਛੇ ਜਾਓਗੇ ਇਹਦੇ ਤੋਂ, ਤੇ ਆਪਾਂ ਲੋਕਾਂ ਨੂੰ ਕਿਵੇਂ ਕਹਾਂਗੇ, ਕਨਵਿੰਸ ਕਰਾਂਗੇ ਕਿ ਨਹੀਂ ਉਹ ਤੇ ਗੱਲ ਅਸੀਂ ਸਗੂਫਾ ਛੱਡਿਆ, ਤੇ ਆਪਾਂ ਮੋਦੀ ਨਹੀਂ ਬਣਨਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਮੋਦੀ ਜੀ ਸਗੂਫਾ ਛੱਡਦੇ, ਆਪਾਂ ਸਗੂਫਿਆਂ ਵਾਲੇ ਲੀਡਰ ਨਹੀਂ ਬਣਨਾ, ਕਿਉਂਕਿ ਟਕੈਤ ਸਾਹਿਬ ਦੇ ਚਿਹਰੇ ਤੇ ਲੋਕ ਬਹੁਤ ਜ਼ਿਆਦਾ ਭਰੋਸਾ ਕਰਦੇ ਆ, ਬਹੁਤ ਉਹਨਾਂ ਵੱਲ ਉਮੀਦਾਂ ਨਾਲ ਦੇਖਦੇ ਆ। ਮੇਰਾ ਖਿਆਲ ਹੈ ਕਿ ਸਾਡੀ ਰਿਕਵੈਸਟ ਆ, ਹੰਬਲ ਰਿਕਵੈਸਟ ਆ, ਹੱਥ ਜੋੜ ਕੇ ਰਿਕਵੈਸਟ ਆ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਇੱਕ ਤੇ ਚਿੱਥ ਲਿਆ ਕਰਨ, ਮਤਲਬ ਉਸ ਕਿਸਾਨ ਆਗੂਆਂ ਨੂੰ ਸਾਰੇ ਬਿਆਨ ਜਿਹੜੇ ਆ ਸਾਂਝੇ ਤੌਰ ਤੇ ਤੋਲਿਆ ਕਰਨ, ਕੋਈ ਵੀ ਹੋਵੇ। ਔਰ ਦੂਸਰਾ ਬਿਲਕੁਲ ਉਹ ਸਾਂਝਾ ਬਿਆਨ ਹੋਣਾ ਚਾਹੀਦਾ, ਜੋ ਵੀ ਹੋਵੇ। ਜਦੋਂ ਵੱਡਾ ਬਿਆਨ ਦੇਣਾ, ਉਹ ਤੁਸੀਂ ਨਿੱਜੀ ਬਿਆਨ ਨਾ ਕਦੀ ਵੀ ਦਿਓ, ਨਹੀਂ ਤੇ ਸਾਨੂੰ ਕਈ ਵਾਰੀ ਉਹਦੇ ਤੋਂ ਰਿਟਰੈਕਟ ਕਰਨਾ ਪਊਗਾ, ਮੂੰਹ ਦੀ ਖਾਣੀ ਪਊਗੀ। ਪਰ ਚੰਗੀ ਗੱਲ ਬਰਾੜ ਸਾਹਿਬ ਇਹ ਹੋਈ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਡੇਟ ਜਾਂ ਹੋਰ ਸਾਰਾ ਕੁਝ ਤੈਅ ਹੋਊਗਾ, ਜਾਂ ਜਿਹੜਾ ਇਹ ਫੈਸਲਾ ਅਲਟੀਮੇਟਲੀ ਕਿਵੇਂ ਲਾਗੂ ਹੋਊਗਾ, ਉਹ ਸਾਡਾ ਸੰਯੁਕਤ ਕਿਸਾਨ ਮੋਰਚਾ ਕਰੂਗਾ, ਤੈਅ ਕਰੂਗਾ। ਇਹ ਉਹਨਾਂ ਨੇ ਵਿੱਚ ਮਾਰਜਨ ਜ਼ਰੂਰ ਰੱਖ ਲਿਆ, ਇੱਕ ਚੰਗੀ ਗੱਲ ਹੈ। ਪਰ ਮੇਰਾ ਖਿਆਲ ਹੈ ਕਿ ਲੀਡਰਾਂ ਨੂੰ ਇਹੋ ਜਿਹੇ ਵੱਡੇ ਬਿਆਨ ਇੰਡੀਵਿਜੂਅਲ ਤੌਰ ਤੇ ਨਹੀਂ ਦੇਣੇ ਚਾਹੀਦੇ। ਸਾਡੇ ਨਾਲ ਜੈਨੀ ਸਾਹਿਬ ਜੁੜ ਗਏ ਨੇ, ਸੁਰਜੀਤ ਕੁਮਾਰ ਜੈਨੀ ਜੀ। ਜੈਨੀ ਸਾਹਿਬ, ਜਿਹੜਾ ਬਿਆਨ ਆਇਆ ਹੈ ਰਾਕੇਸ਼ ਟਕੈਤ ਹੋਰਾਂ ਦਾ, ਸਭ ਤੋਂ ਪਹਿਲਾਂ ਤੁਸੀਂ ਕਿਸ ਲਿਹਾਜ਼ ਨਾਲ ਦੇਖਦੇ ਹੋ? ਕਿਉਂਕਿ ਜੇ ਮੈਂ ਸਿੱਧਾ ਪੁੱਛਾਂ ਤਾਂ ਉਹਦਾ ਮਤਲਬ ਇਹ ਵੀ ਹੋ ਜਾਂਦਾ ਹੈ ਸੰਦਰਭ ਕਿ ਸਰਕਾਰ ਵਾਰੀ-ਵਾਰੀ ਇਹ ਤਾਂ ਕਹਿੰਦੀ ਹੈ ਕਿ ਅਸੀਂ ਤਿਆਰ ਹਾਂ ਗੱਲਬਾਤ ਕਰਨ ਦੇ ਲਈ, ਤਿਆਰ ਹਾਂ ਗੱਲਬਾਤ ਕਰਨ ਦੇ ਲਈ, ਪਰ ਕੋਈ ਜਿਹੜੀ ਕੋਈ ਮਜ਼ਬੂਤ ਤਰੀਕੇ ਨਾਲ ਗੱਲ ਨਹੀਂ ਸਾਹਮਣੇ ਆਉਂਦੀ। ਬਸ ਐਂ ਆ ਵੀ ਤੁਸੀਂ ਆ ਜਾਓ ਜਦੋਂ ਮਰਜੀ, ਕਿਸਾਨ ਕਹਿੰਦੇ ਅਸੀਂ ਤਿਆਰ ਹਾਂ, ਐਂ ਤਾਂ ਗੱਲ ਕਿਵੇਂ ਸਿਰੇ ਲੱਗੂਗੀ? ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਜੀ, ਪਹਿਲਾਂ ਤਾਂ ਟਕੈਤ ਸਾਹਿਬ ਦੀ ਗੱਲ ਕਰੀਏ ਜੀ। ਮੈਨੂੰ ਤਾਂ ਟਕੈਤ ਸਾਹਿਬ ਦੀ ਗੱਲ, ਦੇਖੋ ਲੋਕ ਮਗਰ ਟਕੈਤ ਸਾਹਿਬ ਦੀ ਗੱਲ ਤੇ ਕੋਈ ਮੈਨੂੰ ਦਮ ਨਹੀਂ ਲੱਗਿਆ। ਟਕੈਤ ਸਾਹਿਬ ਜਿਹੜੇ ਸੀਗੇ, ਮੇਰੀ ਨਾਲ ਆਪ ਦੀ ਮੀਟਿੰਗ ਹੋਈ ਟਕੈਤ ਸਾਹਿਬ ਨਾਲ, ਤੇ ਮੈਂ ਪੁੱਛਿਆ ਸੀ ਚਲੋ ਅਸੀਂ ਤਾਂ ਪਾਰਟੀ ਦੇ ਹੈਗੇ ਹਾਂ, ਟਕੈਤ ਸਾਹਿਬ ਮੰਨੀ ਗੱਲ, ਮੈਂ ਆ ਤਾਂ ਕਿਸਾਨ, ਪਰ ਤੁਸੀਂ ਦੱਸੋ ਵੀ ਇਹ ਕਾਨੂੰਨ ਜਿਹੜੇ ਇਹਨਾਂ 'ਚ ਮਾੜਾ ਕੀ ਹੈ ਤੇ ਗੱਲ ਕੀ ਹੈ? ਤੇ ਟਕੈਤ ਸਾਹਿਬ ਨੇ ਖੁਦ ਕਿਹਾ ਸੀਗਾ ਵੀ ਇਹ ਕਾਨੂੰਨ ਤਾਂ ਮੇਰੇ ਬਾਪੂ ਜੀ ਸੀਗੇ ਕਿਸਾਨ ਯੂਨੀਅਨ ਦੇ ਮਹਿੰਦਰ ਸਿੰਘ ਜੀ ਟਕੈਤ, ਉਹਨਾਂ ਨੇ 32 ਸਾਲ ਸੰਘਰਸ਼ ਕੀਤਾ ਸੀ ਇਹਨਾਂ ਕਾਨੂੰਨਾਂ ਵਾਸਤੇ, ਤੇ ਮੇਰੇ ਪਿਓ ਦੀ ਆਤਮਾ ਨੂੰ ਸ਼ਾਂਤੀ ਹੁਣ ਮਿਲੀ ਹੈ। ਤੇ ਅੱਜ ਕੀ ਹੋ ਗਿਆ? ਅੱਜ ਸ਼ਾਂਤੀ ਭੰਗ ਹੋ ਗਈ। ਕਿਸ ਤਰ੍ਹਾਂ ਦੇ ਦਿੱਤੇ ਜਾ ਰਹੇ ਨੇ? ਦੇਖੋ ਹੁਣ ਸਰਕਾਰ ਦੀ ਗੱਲ ਕਰੀਏ, ਸਰਕਾਰ ਨੇ ਸਾਰਾ ਕੁਝ ਕਹਿਤਾ, ਔਰ ਸਰਕਾਰ ਕੋਲ ਕਰਾਣਾ ਕੀ ਹੈ? ਸਰਕਾਰ ਨੇ ਕਹਿਤਾ ਵੀ 1.5 ਸਾਲ ਅਸੀਂ ਇਹਨੂੰ ਹੋਲਡ ਕਰ ਲੈਂਦੇ ਹਾਂ, ਕਮੇਟੀ ਬਣਾ ਲਓ, ਔਰ ਕਮੇਟੀ ਚਾਹੇ ਤੈਨੂੰ ਹੋਰ ਟਾਈਮ ਵਧਾ ਲਓ, ਔਰ ਜੋ ਤੁਸੀਂ ਪ੍ਰਪੋਜ਼ਲ ਚੰਗੀ ਪ੍ਰਪੋਜ਼ਲ ਲੈ ਕੇ ਆਓ, ਆਪਾਂ ਉਹ ਕਾਨੂੰਨ ਦੇ ਵਿੱਚ ਉਹ ਪਾ ਦਿੰਦੇ ਆ। ਇਹ ਕੋਈ ਬਾਤ ਹੈ ਜੀ? ਮੈਨੂੰ ਪਹਿਲੇ ਤਾਂ ਦੱਸਿਆ ਜਾਵੇ ਕਿ ਮੈਂ ਕਿਸਾਨ ਆ, ਔਰ ਤੁਹਾਡੇ ਨਾਲ ਜਿਹੜੇ ਡਿਬੇਟ ਤੇ ਬੈਠਦੇ ਆ ਵੀ ਇਹਨਾਂ ਦੇ ਵਿੱਚ ਕਾਲਾ ਕੀ ਹੈ, ਆ ਦੱਸੋ। ਜੇ ਕੰਟੈਕਟ ਫਾਰਮਿੰਗ ਦੀ ਗੱਲ ਕਰੀਏ, ਮੇਰਾ ਦਾਦਾ ਵੀ ਕਰਦਾ ਸੀ, ਸਾਡਾ ਪਿਓ ਵੀ ਕਰਦਾ ਸੀ, ਆਦਿ ਕਾਲ ਤੋਂ ਅਸੀਂ ਕੰਟੈਕਟ ਫਾਰਮਿੰਗ ਚਲੋ ਹੁਣ ਤੇ ਆਪਾਂ ਗੱਲ ਮਸਲੇ ਦੀ, ਇਹ ਸਾਰੀਆਂ ਗੱਲਾਂ ਬਾਤਾਂ ਤਾਂ ਜਿਹੜੀਆਂ 11 ਦੌਰ ਦੀ ਮੀਟਿੰਗ ਹੋਈ ਹੈ ਜੈਨੀ ਸਾਹਿਬ, ਕਿਸਾਨਾਂ ਨੇ ਦੱਸਤੀਆਂ, ਹੁਣ ਉਹ ਵਾਰੀ-ਵਾਰੀ ਉਹਨਾਂ ਗੱਲਾਂ ਦਾ ਕਰਨ ਦਾ ਫਾਇਦਾ ਨਹੀਂ। ਦੱਸਤਾ ਕਿਸਾਨਾਂ ਨੇ, ਦੇਖੋ ਕਿਸਾਨ ਕੀ ਹੈ ਕਿ ਸਰਕਾਰ ਦਾ ਨੱਕ ਵੱਢਣ ਨੂੰ ਫਿਰਦੇ, ਗੱਲ ਥੋੜੀ ਹੈ। ਨਹੀਂ, ਉਹਨਾਂ ਨੇ ਪੁਆਇੰਟ ਦਰ ਪੁਆਇੰਟ ਜਿਹੜੇ ਆਪਣੇ ਇਤਰਾਜ਼ ਸੀ ਉਹ ਜਤਾਤੇ, ਮੇਰੀ ਗੱਲ ਸੁਣੋ, ਉਹ ਦੱਸਤੇ। ਦੇਖੋ ਬਰਾੜ ਸਾਹਿਬ, ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੈਨੀ ਸਾਹਿਬ, ਹੁਣ ਰੋਜ਼ ਬਿਆਨ ਆਉਂਦੇ ਆ ਵੀ ਅਸੀਂ ਤਿਆਰ ਹਾਂ ਗੱਲਬਾਤ ਕਰਨ ਦੇ ਲਈ, ਅਸੀਂ ਤਿਆਰ ਹਾਂ, ਆਓ ਬੈਠੋ, ਸਰਕਾਰ ਖੁੱਲੇ ਮਨ ਨਾਲ ਹੈ, ਪਰ ਕੋਈ ਗੱਲਬਾਤ ਲਈ ਕੋਈ ਐਫਰਟ ਹੁੰਦਾ ਨਹੀਂ, ਕੱਲੀ ਬਿਆਨਬਾਜ਼ੀ ਹੈ। ਮਤਲਬ ਜਿਵੇਂ ਕਹਿੰਦੇ ਆ ਵੀ ਕੱਲਾ ਗੱਲਾਂ ਦਾ। ਬਰਾੜ ਸਾਹਿਬ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਨਮਰ ਨਿਤ ਪ੍ਰਾਰਥਨਾ ਕੀਤੀ ਹੈ ਕਿ ਅਸੀਂ ਤਿਆਰ ਹਾਂ, ਟੈਲੀਫੋਨ ਕਰੋ, ਆ ਜਾਓ, ਮੀਟਿੰਗ ਕਰ ਲਓ। ਬਾਰ-ਬਾਰ ਸਰਕਾਰ ਹੀ ਕਰੇ। ਅੱਗੇ ਅਸੀਂ ਇੱਕ ਚਿੱਠੀ ਕਢਾਈ ਸੀ, ਉਹਦੇ ਤੇ ਨਖਰਾ ਚਿੱਠੀ ਐਵੇਂ ਲਿਖੀ ਗਈ, ਮੈਂ ਭੁਗਤ ਬੋਗੀਆਂ, ਮੈਂ ਇੱਕ ਹੀ ਗੱਲ ਦੇ ਵਿੱਚ ਪਿਆ ਇਹਨਾਂ ਨਾਲ। ਤੁਸੀਂ ਅਮਿਤ ਸ਼ਾਹ ਹੋਰਾਂ ਦੇ ਨਾਲ ਮਿਲੇ ਹੋ ਪਿਛਲੇ ਦਿਨੀ, ਅੱਜ ਕੱਲ ਦੇ ਵਿੱਚ ਸਾਡੇ ਕੋਲੇ ਸ਼ਾਇਦ ਇਹ ਜਾਣਕਾਰੀ ਸੀ ਕਿ ਤੁਹਾਡੀ ਕੋਈ ਮੀਟਿੰਗ? ਨਾ ਮੈਂ ਕੋਈ ਨਹੀਂ ਮਿਲਿਆ ਜੀ। ਮੈਂ ਤਾਂ ਇੱਥੇ ਅੱਜ ਸਾਪਲਾ ਸਾਹਿਬ ਦੇ ਉਸ ਫੰਕਸ਼ਨ ਤੇ ਆਇਆ ਸੀਗਾ। ਠੀਕ ਹੈ। ਆ ਗੱਲ ਇਹ ਦੇਖੋ, ਗੱਲ ਸੁਣੋ ਕਿ ਕਿਸਾਨਾਂ ਨੂੰ, ਸਾਨੂੰ ਦੇਖੋ ਦੇਸ਼ ਕਿਹਦਾ? ਸਾਡਾ ਦੇਸ਼ ਹੈ। ਪ੍ਰਧਾਨ ਮੰਤਰੀ ਕਿਹਨੇ ਬਣਾਇਆ? ਅਸੀਂ ਬਣਾਇਆ। ਉਹ ਪ੍ਰਧਾਨ ਮੰਤਰੀ ਨੂੰ ਬਾਰੀ-ਬਾਰੀ ਨਿੰਦਣਾ, ਪ੍ਰਧਾਨ ਮੰਤਰੀ ਨੇ ਕਿਹੜੇ ਮਾੜੇ ਕੰਮ ਕੀਤੇ? ਚਲੋ ਮੈਂ ਕਾਦੀਆਂ ਸਾਹਿਬ ਜੁੜੇ ਨੇ, ਹਰਮੀਤ ਸਿੰਘ ਕਾਦੀਆਂ, ਉਹਨਾਂ ਨੇ ਸੁਣਿਆ। ਕਾਦੀਆਂ ਸਾਹਿਬ, ਤੁਸੀਂ ਜੈਨੀ ਸਾਹਿਬ ਨੂੰ ਸੁਣ ਲਿਆ ਹੋਣਾ, ਜੇ ਠੀਕ ਤੁਹਾਡੇ ਤੱਕ ਆਵਾਜ਼ ਪਹੁੰਚੀ ਹੈ ਤਾਂ ਮੈਂ ਤੁਹਾਡਾ ਰਿਐਕਸ਼ਨ ਚਾਹੂੰਗਾ।
ਦੇਖੋ ਗੱਲ ਇਹਨਾਂ ਦੀ ਜਿਹੜੀ ਕਰਦੇ ਸੀ ਉਹ ਪਹਿਲਾਂ ਵੀ ਇਦਾਂ ਦੀ ਕਰਦੇ ਸੀ ਵੀ 11 ਮੀਟਿੰਗਾਂ 'ਚ ਕੁਝ ਨਹੀਂ ਹੋਇਆ, ਕਾਲਾ ਕੁਝ ਨਹੀਂ ਦੱਸਿਆ, ਕੁਝ ਇਹ ਦੱਸ ਨਹੀਂ ਸਕੇ। ਟੇਬਲ ਟਾਕ ਤੋਂ ਸਰਕਾਰ ਭੱਜੀ ਹੋਈ ਆ। 22 ਤਰੀਕ ਅਖੀਰਲੀ ਮੀਟਿੰਗ ਹੋਈ ਸੀ, ਅੱਜ 22 ਤੋਂ ਉੱਪਰ ਟੱਪ ਗਿਆ। ਜਾਨੀ ਸਾਹਿਬ ਮੈਂ ਤੁਹਾਡੀ ਗੱਲ ਤੇ ਨਹੀਂ ਬੋਲਿਆ ਸੀ, ਆਰਾਮ ਨਾਲ ਸੁਣ ਲਓ। ਤੇ ਇਹ ਮੀਟਿੰਗ ਟੱਪ ਚੁੱਕਿਆ ਤੇ ਹੁਣ ਕਿਹੜਾ ਮੀਟਿੰਗ ਦਾ ਜਿਹੜਾ ਕਹਿੰਦੇ ਇੱਕ ਕਾਲ ਦੀ ਹੋਣੀ ਤੇ ਟੋਮਰ ਸਾਹਿਬ ਕਹਿੰਦੇ ਸੀ ਤਿਆਰ ਆ ਮੀਟਿੰਗ ਨੂੰ। ਪ੍ਰਪੋਜ਼ਲ ਕਿਸਾਨ ਨੇ ਨਹੀਂ, ਕਾਨੂੰਨ ਕਿਸਾਨ ਨੇ ਨਹੀਂ ਬਣਾਇਆ ਸੀ। ਅੱਜ ਵੀ ਬਿਆਨ ਆਇਆ ਉਹਨਾਂ ਦਾ, ਸਾਡਾ ਇੱਕ ਅਲੱਗ ਪ੍ਰਪੋਜ਼ਲ ਲੈ ਕੇ ਆ ਸਕਦੀ ਹੈ, ਕਿਸਾਨ ਕੋਈ ਪ੍ਰਪੋਜ਼ਲ ਸਕਦੀ ਹੈ। ਇਸ ਕਰਕੇ ਪ੍ਰਪੋਜ਼ਲ ਸਰਕਾਰ ਭੇਜੂਗੀ, ਜਦੋਂ ਭੇਜੂਗੀ ਡਿਸਕਸ ਕਰ ਲਾਂਗੇ। ਮੈਂ ਇੱਕ ਸਵਾਲ ਕਾਦੀਆਂ ਸਾਹਿਬ ਤੁਹਾਡੇ ਤੋਂ ਛੋਟਾ ਜਿਹਾ ਇਹ ਪੁੱਛਣਾ ਹੈ, ਜਿਹੜਾ ਰਾਕੇਸ਼ ਟਕੈਤ ਹੋਰਾਂ ਦਾ ਬਿਆਨ ਆਇਆ ਹੈ, ਜਿਹੜਾ ਰਾਕੇਸ਼ ਟਕੈਤ ਹੋਰਾਂ ਦਾ ਬਿਆਨ ਆਇਆ ਕਿ ਅਸੀਂ ਹੁਣ ਸੰਸਦ ਘੇਰਾਂਗੇ, ਕੀ ਉਹ ਬਿਆਨ ਨਿੱਜੀ ਹੈ ਜਾਂ ਸੰਯੁਕਤ ਮੋਰਚਾ ਕੋਈ ਸਾਂਝੀ ਸਟ੍ਰੈਟਜੀ ਪਲਾਨ ਕਰ ਰਿਹਾ ਹੈ? ਔਰ ਦੂਸਰੀ ਗੱਲ ਕਿ ਕੀ ਹੁਣ ਕਿਸਾਨ ਇਹੀ ਸੋਚ ਰਹੇ ਹੈ ਵੀ ਇਹੀ ਰਸਤਾ ਬਚਿਆ ਹੁਣ ਕਿ ਸੰਸਦ ਘੇਰੋ ਫੇਰ ਹੀ ਸਰਕਾਰ ਕਿਸੇ ਗੱਲ ਤੇ ਆਏਗੀ? ਪਹਿਲੀ ਗੱਲ ਤਾਂ ਇਹ ਜੀ ਵੀ ਜਿਵੇਂ ਅਸੀਂ ਬੈਠੇ ਆ 60-70 ਦਿਨ ਅਸੀਂ ਪੰਜਾਬ 'ਚ ਬੈਠੇ ਰਹੇ, ਹੁਣ 3 ਮਹੀਨੇ ਤੋਂ ਉੱਪਰ ਹੋ ਚੁੱਕੇ ਆ ਇੱਥੇ ਬੈਠੇ ਨੂੰ ਬਾਰਡਰਾਂ ਤੇ, 5 ਮਹੀਨੇ ਤੋਂ ਉੱਪਰ ਹੋ ਚੁੱਕੇ ਆ ਤੇ ਸਰਕਾਰ ਕਿਵੇਂ ਸਾਡੀ ਬਾਤ ਸੁਣ ਰਹੀ ਹੈ? ਤੁਸੀਂ ਵੱਧ ਦਿਖਾਵੇ ਸਾਨੂੰ ਸਾਡੀ ਸਥਿਤੀ ਬਾਰੇ। ਮੀਡੀਆ ਨੂੰ ਵੱਧ ਪਤਾ ਨਹੀਂ ਕਿਹੜੀ ਸਥਿਤੀ ਤੇ ਕਿਸਾਨ ਬੈਠੇ ਨੇ, ਕਿੱਦਾਂ ਬੈਠੇ, ਕੀ ਇਹਨਾਂ ਨੂੰ ਖਿਆਲ ਹੈ। ਬਿਲਕੁਲ ਹੁਣ ਸਬਰ ਦਾ ਪਾਲਣਾ ਪਰਤਣ। ਜੇ ਉਹਨਾਂ ਨੇ ਬਿਆਨ ਦਿੱਤਾ ਵੀ ਉਹ ਨਿੱਜੀ ਬਿਆਨ, ਨਿੱਜੀ ਸਲਾਹ ਆਪਣੀ ਦੇ ਸਕਦੇ ਨੇ। ਉਹ 40 ਮੈਂਬਰਾਂ ਦੇ ਵਿੱਚੋਂ ਆ ਜਿਹੜੀ 40 ਮੈਂਬਰ ਕਮੇਟੀ ਮੀਟਿੰਗ ਕਰਨ ਜਾ ਰਹੀ ਹੈ, ਸੰਯੁਕਤ ਮੋਰਚੇ ਦੇ ਮੇਨ ਮੈਂਬਰ ਨੇ। ਜੇ ਉਹਨਾਂ ਨੇ ਆਪਣੀ ਪ੍ਰਪੋਜ਼ਲ ਰੱਖੀ ਆ, ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ 2 ਤਰੀਕ ਨੂੰ, ਉਹਦੇ 'ਚ ਆਪਣੀ ਪ੍ਰਪੋਜ਼ਲ ਰੱਖ ਦੇਣਗੇ ਤੇ ਕੋਈ ਨਾ ਕੋਈ ਐਕਸ਼ਨ ਤਾਂ ਕਿਸਾਨਾਂ ਨੂੰ ਲੈਣਾ ਹੀ ਪੈਣਾ ਤੇ ਬੈਠੇ ਸੁਣਦੇ ਨਹੀਂ। ਜੇ ਕੋਈ ਕਿਤੋਂ ਐਕਸ਼ਨ ਨਾ ਦਿੱਤਾ ਜਾਊਗਾ ਫਿਰ ਅਗਲਾ ਕਿਵੇਂ ਅਸੀਂ ਦਾ ਹੱਕ ਲਵਾਂਗੇ? ਪਾਰਲੀਮੈਂਟ 'ਚ ਕਾਨੂੰਨ ਬਣਿਆ ਨਾ ਜੀ, ਪਾਰਲੀਮੈਂਟ ਨੇ ਕਾਨੂੰਨ ਬਣਾ ਕੇ ਦਿੱਤਾ, ਸਾਨੂੰ ਤਾਂ ਪਾਰਲੀਮੈਂਟ ਹੀ ਦੇਖਦਾ ਜਿਹੜੇ ਕਾਲੇ ਕਾਨੂੰਨ ਬਣਾਇਆ ਉਹਦੇ ਵਿੱਚ ਪਾਰਲੀਮੈਂਟ ਹੀ ਦਿਖ ਰਿਹਾ, ਸਾਨੂੰ ਹੁਣ ਹੋਰ ਕੋਈ ਰਸਤਾ ਦਿਖ ਨਹੀਂ ਰਿਹਾ। ਸਰਕਾਰ ਦਾ ਦਿਖ ਰਿਹਾ ਤਾਂ ਅਸੀਂ ਸਰਕਾਰ ਦੀ ਰੋਡ ਤੇ ਬੈਠੀ ਆ, ਸਰਕਾਰ ਨਾਲ ਗੱਲ ਕੀਤੀ 11 ਮਿੰਟ ਕਰ ਚੁੱਕੀ ਹੈ, ਜਦੋਂ ਵੀ ਮੀਟਿੰਗ ਸੱਦਣ ਕੇ ਅਸੀਂ ਤਿਆਰ। ਕੁਲਦੀਪ ਸਿੰਘ ਵੈਦ ਸਾਹਿਬ ਜੁੜੇ ਹੋਏ ਨੇ। ਵੈਦ ਸਾਹਿਬ, ਤੁਸੀਂ ਇਸ ਪੂਰੀ ਕਨਵਰਸੇਸ਼ਨ ਨੂੰ ਕਿਵੇਂ ਦੇਖਦੇ ਹੋ, ਇਨਕਲੂਡਿੰਗ ਰਾਕੇਸ਼ ਟਕੈਤ ਹੋਰਾਂ ਦਾ ਬਿਆਨ? ਜਿਵੇਂ ਪ੍ਰੋਫੈਸਰ ਮਨਜੀਤ ਹੋਰਾਂ ਨੇ ਕਿਹਾ ਸੀ ਕਿ ਸਟ੍ਰੈਟਜੀ ਪਲਾਨ ਹੋ ਰਹੀ ਹੈ, ਫਿਰ ਜੇ ਸਰਕਾਰ ਕਿਸੇ ਗੱਲ ਤੇ ਨਹੀਂ ਆਈ ਤਾਂ ਅਲਟੀਮੇਟਲੀ ਫਿਰ ਇਹੀ ਰਸਤੇ ਬਚਣਗੇ ਕਿਸਾਨਾਂ ਕੋਲੇ। ਬਰਾੜ ਸਾਹਿਬ ਦੇਖੋ, ਜਿਹੜੀਆਂ ਵੀ ਹੁਣ ਤੱਕ ਆਪਾਂ ਬਹੁਤ ਵੱਡੀਆਂ ਵੀ ਐਜੀਟੇਸ਼ਨ ਦੇਖੀਆਂ, ਇਹ ਸਭ ਤੋਂ ਵੱਡੀ ਐਜੀਟੇਸ਼ਨ ਹੈ ਹਿੰਦੁਸਤਾਨ ਦੀ। ਜੋ ਲਾਲ ਕਿਲੇ 'ਚ ਘਟਨਾਕ੍ਰਮ ਹੋਇਆ, ਉਸ ਤੋਂ ਬਾਅਦ ਜੋ ਸੈਂਟਰ ਗਵਰਨਮੈਂਟ ਦਾ ਸਾਡੇ ਲੋਕਾਂ ਦੇ ਪ੍ਰਤੀ ਰਵੱਈਆ ਰਿਹਾ। ਦੂਜੀ ਗੱਲ, ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਸ ਇਨਸੀਡੈਂਟ ਤੋਂ ਬਾਅਦ ਬੜਾ ਸਪਸ਼ਟ ਕੀਤਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਹ ਸਾਰਾ ਜਿਹੜਾ ਆਪਣਾ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰਾਉਣੇ ਆ ਜੀ। ਉਸ ਤੋਂ ਬਾਅਦ ਜਿਹਦਾ ਤੁਸੀਂ ਟਕੈਤ ਸਾਹਿਬ ਦੇ ਮੈਂ ਸਿੱਧਾ ਬਿਆਨ ਤੇ ਆਉਣਾ ਜੀ। ਦੇਖੋ, ਇਹ ਇਹੋ ਜਿਹੇ ਜਿਹੜੇ ਬਹੁਤ ਹੀ ਇੰਪੋਰਟੈਂਟ ਬਿਆਨ ਨੇ, ਮੈਂ ਸਮਝਦਾ ਮੈਨੂੰ ਹੁਣ ਇਸ ਗੱਲ ਦਾ ਇਲਮ ਨਹੀਂ ਹੈ ਕਿ ਕੀ ਟਕੈਤ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾ ਆ ਪਾਰਲੀਮੈਂਟ ਨੂੰ ਘੇਰਨ ਦਾ ਜਾਂ 4 ਲੱਖ ਟਰੈਕਟਰ ਦਾ ਜਾਂ 40 ਲੱਖ ਟਰੈਕਟਰ ਦਾ, ਕੀ ਉਹਨਾਂ ਨੇ ਬਾਕੀ ਜਥੇਬੰਦੀਆਂ ਨਾਲ ਸਲਾਹ ਕਰਕੇ ਦਿੱਤਾ ਹੈ? ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਉਹ ਮੇਰਾ ਖਿਆਲ ਕਾਦੀਆਂ ਸਾਹਿਬ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੋਏਗਾ ਜੀ। ਇਹੋ ਜਿਹਾ ਜਿਹੜਾ ਸਟੈਪ ਹੈ, ਇਹ ਬਹੁਤ ਇੰਪੋਰਟੈਂਟ ਸਟੈਪ ਹੈ। ਇਹ ਸਾਨੂੰ ਬਹੁਤ ਸੋਚ ਸਮਝ ਕੇ, ਬਹੁਤ ਵਿਚਾਰ ਕੇ ਕਰਨਾ ਚਾਹੀਦਾ, ਕਿਉਂਕਿ ਅੱਜ ਜਿਹੋ ਜਿਹੀ ਸਿਚੁਏਸ਼ਨ ਸੈਂਟਰ ਗਵਰਨਮੈਂਟ ਦੀ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਦੀ ਬਣੀ ਹੈ, ਜਦੋਂ ਟਕਰਾਅ ਹੋਇਆ, ਸੈਂਟਰ ਗਵਰਨਮੈਂਟ ਦਾ ਟਕਰਾਅ ਚਾਹੂਗਾ ਕਿ ਕਿਤੇ ਨਾ ਕਿਤੇ ਟਕਰਾਅ ਹੋਵੇ ਤੇ ਇਹ ਜਿਹੜੀ ਐਜੀਟੇਸ਼ਨ ਹੈ ਇਹਨੂੰ ਫੇਲ ਕਰ ਦਿੱਤਾ ਜਾਵੇ। ਇਹ ਜਿਹੜੀ ਟਕਰਾਅ ਵਾਲੀ ਰਾਜਨੀਤੀ ਹੈ, ਇਹ ਤੋਂ ਸਾਨੂੰ ਸਾਡੇ ਮੁਤਾਬਕ, ਮੇਰੇ ਮੁਤਾਬਕ ਬਚਣਾ ਚਾਹੀਦਾ, ਕਿਉਂਕਿ ਅਸੀਂ ਸਾਹਿਬ ਕਿਉਂ ਟਕਰਾਅ ਵਾਲੀ ਰਾਜਨੀਤੀ ਵੱਲ ਗੱਲ ਜਾਂਦੀ ਦਿਸ ਰਹੀ ਹੈ? ਬਰਾੜ ਸਾਹਿਬ ਇੱਕ ਮਿੰਟ, ਕਿਉਂਕਿ ਅਸੀਂ ਔਖੇ ਦੌਰ ਚੋਂ ਲੰਘ ਰਹੇ ਆਪਾਂ ਰਿਐਕਸ਼ਨ ਲੈ ਲਈਏ, ਫਿਰ ਇਹਨੂੰ ਫਟਾਫਟ ਅੱਗੇ ਵਧਾਵਾਂਗੇ। ਜਾਨੀ ਸਾਹਿਬ ਜੀ। ਬਰਾੜ ਸਾਹਿਬ ਸਾਰੇ ਗੱਲਾਂ ਮਾਰਦੇ ਆ, ਵੋਟਾਂ ਦੀ ਰਾਜਨੀਤੀ ਕਰਦੇ ਆ। ਜੇ ਟਕਰਾਅ ਦੀ ਨੀਤੀ ਹੁੰਦੀ, ਮੈਨੂੰ ਦੱਸੋ 26 ਜਨਵਰੀ ਨੂੰ ਜੋ ਘਟਨਾ ਹੋਈ, ਸਰਕਾਰ ਉਹ ਉਸ ਤੋਂ ਵੱਡਾ ਬਹਾਨਾ ਹੋ ਸਕਦਾ ਹੈ? ਜੇਕਰ ਸਰਕਾਰ ਜੇ ਕੁਝ ਕਰਨਾ ਚਾਹੁੰਦੀ ਹੈ, ਸਰਕਾਰ ਕਿਸਾਨਾਂ ਦੇ ਹਿਤੈਸ਼ੀ ਹੈ, ਕਿਸਾਨਾਂ ਨਾਲ ਹੈ, ਪੰਜਾਬ ਦੇ ਔਰ ਹਿੰਦੁਸਤਾਨ ਦੇ ਨੌਜਵਾਨਾਂ ਦੇ ਨਾਲ ਹੈ। ਪਰ ਸਰਕਾਰ ਜਿਹੜੀ ਹਰ ਇੱਕ ਰਹਿਮ ਦਿਲ ਨਾਲ ਹੁਣ ਤੇ ਜਾਨੀ ਸਾਹਿਬ ਕੱਲੀ ਬਿਆਨਬਾਜ਼ੀ ਹੋ ਰਹੀ ਹੈ ਨਾ, ਹੁਣ ਕੋਈ ਐਫਰਟ ਤੇ ਨਜ਼ਰ ਆ ਨਹੀਂ ਰਿਹਾ। ਹੁਣ ਤੇ ਕੱਲੀ ਬਿਆਨਬਾਜ਼ੀ ਹੈ ਕਿ ਸਰਕਾਰ ਤਿਆਰ ਹੈ। ਸੁਣੋ ਜੀ, ਇੱਕ ਗੱਲ ਮੇਰੀ ਸੁਣੋ। ਜਦੋਂ ਸਰਕਾਰ ਨੇ ਕਹਿਤਾ ਵੀ ਕਿਸਾਨ ਹਿੱਤ ਦੇ ਵਿੱਚ ਤੁਹਾਡੇ ਕੋਲ ਚੰਗੀ ਪ੍ਰਪੋਜ਼ਲ ਲਿਆਓ, ਕਰ ਦਿੰਦੇ ਆ, ਤੇ ਫਿਰ ਕਿਸਾਨ ਦਾ ਹਿੱਤ ਚਾਹੁੰਦੇ ਤਾਂ ਕਿਸਾਨ ਦੀ ਗੱਲ ਕਰਨ। ਇਹ ਕਾਨੂੰਨ ਰੱਦ ਕਰਨ ਦੀ ਕੀ ਗੱਲ ਹੈ?
ਤੇ ਕਾਨੂੰਨਾਂ ਵਾਸਤੇ ਵੀ ਸਰਕਾਰ ਨੇ ਕਹਿਤਾ ਆਪਾਂ 1.5 ਸਾਲ ਵਾਸਤੇ ਇਹਨੂੰ ਹੋਲਡ ਕਰ ਲੈਂਦੇ ਆ, ਕਮੇਟੀ ਬਣਾ ਦਿੰਦੇ ਆ, ਕਮੇਟੀ ਹੋਰ ਟਾਈਮ ਲਵੇ ਤਾਂ ਹੋਰ ਲੈ ਲਵੇ। ਉਹਦੇ ਤੇ ਸਰਕਾਰ ਕਰੇ ਕੀ, ਮੈਨੂੰ ਦੱਸੋ, ਸਮਝ ਨਹੀਂ ਆਉਂਦੀ ਮੈਨੂੰ ਇਹ ਕੀ ਚਾਹੁੰਦੇ ਕੀ ਹੈ ਸਰਕਾਰ। ਕਾਦੀਆ ਸਾਹਿਬ ਛੋਟਾ ਜਿਹਾ ਕਮੈਂਟ, ਫਿਰ ਮੈਂ ਬ੍ਰੇਕ ਲੈਣੀ ਹੈ, ਬਹੁਤ ਛੋਟਾ ਜਿਹਾ। ਹਾਈ ਕੋਰਟ ਨੇ ਸਟੇ ਦੇ ਰੱਖਿਆ। ਈਗੋ ਪ੍ਰੋਬਲਮ, ਹੋਰ ਕੁਝ ਨਹੀਂ, ਸਰਕਾਰ ਦੀ ਈਗੋ ਪ੍ਰੋਬਲਮ ਆ। ਇੱਕ ਗਲਤ ਕਾਨੂੰਨ ਬਣ ਕੇ ਵਾਪਸ ਲੈਣ ਨੂੰ ਇਹ ਕਹਿੰਦੇ ਵੀ ਹੇਠੀ ਆ ਬਸ ਸਾਡੀ, ਹੋਰ ਇਹ ਸਮਝ ਨਹੀਂ ਰਹੇ। ਸਮਝਾਉਣ ਨੂੰ 11 ਮੀਟਿੰਗਾਂ ਕਰ ਚੁੱਕੇ ਆ, ਇੱਕ ਗੱਲ ਕਰ ਚੁੱਕੇ ਆ। ਯਾਨੀ ਸਾਹਿਬ ਨਾਲ ਕਿੰਨੀਆਂ ਡਿਬੇਟਸ ਹੋ ਚੁੱਕੀਆਂ ਨੇ, ਕਿੰਨੇ ਐਗਜ਼ਾਮਪਲ ਸਾਨੂੰ ਹੋਰ ਦੱਸਦੇ ਨੇ। ਸਿੱਧੀ ਯਾਨੀ ਸਾਹਿਬ ਨਾਲ ਡਿਬੇਟ ਰੱਖ ਲਓ, ਪਰ ਅਸੀਂ ਹੁਣ ਸੰਯੁਕਤ ਮੋਰਚੇ ਵੱਲੋਂ ਮਨਾ ਕੀਤਾ ਹੈ ਯਾਨੀ ਸਾਹਿਬ ਨਾਲ ਡਿਬੇਟ ਕਰਨ ਦੀ। ਕਹਿ ਰਹੇ ਨੇ ਜਿਵੇਂ ਸਰਕਾਰ ਕਹਿ ਰਹੀ ਹੈ, ਤੁਸੀਂ ਕੋਈ ਨਵੀਂ ਸਟ੍ਰੈਟਜੀ ਸੋਚੀ ਹੈ? ਕੁਝ ਤੁਸੀਂ ਕੋਈ ਕਿਸਾਨ ਜਥੇਬੰਦੀਆਂ ਵੀ ਸੋਚ ਰਹੀਆਂ ਕੁਝ ਐਸਾ? ਜੇ ਐਜੀਟੇਸ਼ਨ ਕਰ ਰਹੇ ਆ ਤਾਂ ਨਵੀਂ ਸਟ੍ਰੈਟਜੀ ਸਾਨੂੰ ਸੋਚਣੀ ਪਊਗੀ। ਅਸੀਂ ਆਪਣੇ ਜਿਹੜੇ ਟਾਰਗੇਟ ਆ ਉਹਨੂੰ ਅਚੀਵ ਕਰਨਾ ਵਾ। ਅਚੀਵ ਕਰਨ ਨੂੰ ਸੰਯੁਕਤ ਮੋਰਚੇ ਨੂੰ ਹਰ ਜਿਹੜੀ ਅਪਰੋਚ ਸਾਨੂੰ ਬਣਾਉਣੀ ਪਊਗੀ ਉਹ ਜੀ। ਠੀਕ ਹੈ, ਹਰ ਸਟ੍ਰੈਟਜੀ ਬਣਾਉਣੀ ਪਊਗੀ, ਕਿਸੇ ਧਿਆਨ ਨਾਲ ਬਣਾਉਣੀ ਪਊਗੀ, ਸ਼ਾਂਤਮਈ ਬਣਾਉਣੀ ਨਹੀਂ ਆ। ਤਾਂ ਇਹ ਖਿਆਲ ਨਾਲ ਬਣਾ ਰਹੇ ਆ। 1 ਮਹੀਨੇ ਤੋਂ ਉੱਪਰ ਹੋ ਗਿਆ ਹੁਣ ਮੀਟਿੰਗ ਲਾਈਨ ਨੂੰ, 1 ਮਹੀਨੇ ਤੋਂ ਹੋ ਗਿਆ ਕਿਸਾਨ ਉੱਪਰ ਬੈਠੇ ਨੂੰ, ਹਾਲੇ ਕੋਈ ਆਨਸਰ ਨਹੀਂ ਆ ਰਿਹਾ ਸਰਕਾਰ ਵੱਲੋਂ ਕੀ ਅਸੀਂ ਬੈਠੀ ਰੈਗੂਲੇਟਰ ਕੀ ਤੁਸੀਂ ਸਾਡੇ ਬਾਰੇ ਸੋਚ ਰਹੇ ਹੋ। ਹਾਂ, ਮੈਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਫਿਰ ਵਾਪਸ ਆ ਕੇ ਇਸ ਚਰਚਾ ਨੂੰ ਅੱਗੇ ਵਧਾਉਣੇ ਆ। ਬਹੁਤ ਛੋਟਾ ਜਿਹਾ ਬ੍ਰੇਕ। आपको लगाव होगा। ਇੱਕ ਵਾਰੀ ਸਾਡਾ ਅੱਜ ਦਾ ਸਵਾਲ ਫਿਰ ਦੱਸ ਦਿੰਦੇ ਆ ਕਿ ਕੀ ਹੁਣ ਸੰਸਦ ਘੇਰ ਕੇ ਹੀ ਖੇਤੀ ਕਾਨੂੰਨ ਵਾਪਸ ਕਰਵਾਏ ਜਾ ਸਕਦੇ ਨੇ ਜਾਂ ਕਿਸਾਨਾਂ ਕੋਲੇ ਰਾਹ ਸੰਸਦ ਘੇਰਨਾ ਹੀ ਬਚਿਆ ਹੈ? ਹਾਂ ਦੇ ਲਈ ਟਾਈਪ ਕਰੋ news18PHH Y, ਔਰ ਨਾ ਦੇ ਲਈ ਟਾਈਪ ਕਰੋ news18PHH N। ਭੇਜ ਦਿਓ 56677 ਤੇ। ਛੋਟਾ ਜਿਹਾ ਬ੍ਰੇਕ, ਜਲਦ ਵਾਪਸ ਆ ਕੇ ਚਰਚਾ ਨੂੰ ਅੱਗੇ ਵਧਾਉਂਦੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ ਕਿ ਹੁਣ ਆਖਿਰਕਾਰ ਰਸਤਾ ਕੀ ਹੈ। ਰਾਕੇਸ਼ ਟਕੈਤ ਦੇ ਬਿਆਨ ਨੂੰ ਕਿਸ ਸੰਦਰਭ ਦੇ ਵਿੱਚ ਲਿਆ ਜਾ ਸਕਦਾ ਹੈ। ਆਗੂ ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਜੁੜੇ ਹੋਏ ਨੇ, ਸੁਰਜੀਤ ਗਿਆਨੀ ਜੀ ਜੁੜੇ ਨੇ ਬੀਜੇਪੀ ਤੋਂ, ਕੁਲਦੀਪ ਸਿੰਘ ਵੈਦ ਜੁੜੇ ਨੇ ਕਾਂਗਰਸ ਪਾਰਟੀ ਤੋਂ, ਔਰ ਪ੍ਰੋਫੈਸਰ ਮਨਜੀਤ ਸਿੰਘ। ਵੈਦ ਸਾਹਿਬ, ਤੁਸੀਂ ਕੁਝ ਇਸ਼ਾਰਾ ਕਰ ਰਹੇ ਸੀ ਪਹਿਲਾਂ ਕੁਝ ਐਡ ਆਨ ਕਰਨ ਦਾ, ਮੈਂ ਤੁਹਾਨੂੰ ਰੋਕਿਆ ਸੀ ਬ੍ਰੇਕ ਤੋਂ ਪਹਿਲਾਂ। ਤੁਸੀਂ ਆਪਣੀ ਗੱਲ ਕਹੋ, ਫਿਰ ਮੈਂ ਪ੍ਰੋਫੈਸਰ ਸਾਹਿਬ ਤੋਂ ਇਸ ਤੇ ਕਮੈਂਟ ਲਊਂਗਾ ਜਿਹੜੀ ਗੱਲ ਸਾਰੀ ਕਾਦੀਆਂ ਸਾਹਿਬ ਨੇ ਜਾਂ ਇਹਨਾਂ ਨੇ ਕੀਤੀ ਹੈ, ਗਿਆਨੀ ਸਾਹਿਬ ਨੇ ਜੀ। ਮੈਂ ਗਿਆਨੀ ਸਾਹਿਬ ਦੀ ਗੱਲ ਬਾਰੇ ਗੱਲ ਕਰਨੀ ਚਾਹੁੰਦਾ ਸੀ। ਇਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ, ਦੂਜੇ ਲੀਡਰਸ ਨੇ ਕਿਹਾ ਕਿ ਤੁਸੀਂ ਇੱਕ ਕਾਲ ਅਵੇ ਹੋ। ਮੈਂ ਗਿਆਨੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਗਿਆਨੀ ਸਾਹਿਬ ਇਹ ਡਿਲੇ ਸਰਕਾਰ ਵੱਲੋਂ ਹੈ, ਕਿਉਂ ਡਿਲੇ ਹੈ ਇਹ ਇਹਨਾਂ ਨੂੰ ਪਤਾ ਹੈ, ਇਹਨਾਂ ਦੀ ਸਰਕਾਰ ਨੂੰ ਪਤਾ ਹੈ। ਕਿਸਾਨ ਜਥੇਬੰਦੀਆਂ ਨੇ ਕਦੇ ਗੱਲਬਾਤ ਤੋਂ ਪਿੱਛੇ ਨਹੀਂ ਹਟੇ, ਉਹਨਾਂ ਨੇ ਹਮੇਸ਼ਾ ਗੱਲਬਾਤ ਦਾ ਸਵਾਗਤ ਕੀਤਾ ਹੈ। ਗਿਆਨੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਆਪਣੇ ਉੱਪਰੇ ਲੀਡਰਾਂ ਨੂੰ ਕਹੋ ਕਿ ਸਾਡੇ ਤੇ ਰਹਿਮ ਕਰੋ, ਤੁਸੀਂ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਇਹ ਮਸਲੇ ਦਾ ਹੱਲ ਕਰੋ। ਸਵੇਰੇ ਦੀ ਗੱਲ ਹੋਈ ਸੀ ਕਿ ਜਿੱਥੋਂ ਤੱਕ ਇਹ ਕਹਿੰਦੇ ਆ ਕਿ ਸਾਨੂੰ ਸਮਝ ਨਹੀਂ, ਇਹਦੇ ਕਾਨੂੰਨਾਂ ਦੀ ਕਿਉਂ ਨਹੀਂ ਸਮਝ, ਬੜਾ ਕਲੀਅਰ ਕੱਟ ਇਹ ਕਾਨੂੰਨ ਹੈ। ਜੇ ਕਾਨੂੰਨ ਇਹ ਚੰਗੇ ਹੁੰਦੇ ਤਾਂ ਬਿਹਾਰ, ਯੂਪੀ, ਮੱਧ ਪ੍ਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼ ਇਹਦੇ ਵਿੱਚ ਕਿਸਾਨਾਂ ਦੀ ਹਾਲਤ ਵਧੀਆ ਹੋ ਜਾਂਦੀ। 7ਵਾਂ ਸਾਲ ਹੈ ਇਹਨਾਂ ਦੀ ਸਰਕਾਰ ਦਾ, 1% ਵੀ ਕਿਸਾਨਾਂ ਦੇ ਹਾਲਾਤ ਦੇ ਵਿੱਚ ਫਰਕ ਨਹੀਂ ਆਇਆ, ਸਗੋਂ ਕਿਸਾਨੀ ਥੱਲੇ ਨੂੰ ਗਈ ਹੈ। ਇਹ ਕਾਨੂੰਨਾਂ ਨਾਲ ਪੰਜਾਬ ਤੇ ਜੇ ਹਰਿਆਣਾ ਦੀ ਜਿਹੜੀ ਹਾਲਤ ਹੈ ਉਹ ਹੋਰ ਪਤਲੀ ਹੋ ਜਾਏਗੀ। ਠੀਕ ਹੈ ਪ੍ਰੋਫੈਸਰ ਸਾਹਿਬ, ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਕਾਦੀਆਂ ਸਾਹਿਬ ਦੀ ਵੀ ਔਰ ਗਿਆਨੀ ਸਾਹਿਬ ਦੀ ਵੀ, ਜਾਂ ਵੈਦ ਸਾਹਿਬ ਜਿਵੇਂ ਕਹਿ ਰਹੇ ਨੇ। ਸੋ ਹੁਣ ਅਲਟੀਮੇਟਲੀ ਰਸਤੇ ਕੀ ਨੇ? ਕੀ ਹੁਣ ਸੰਸਦ ਘੇਰਨਾ ਹੀ ਇੱਕ ਵਿਕਲਪ ਰਹਿ ਗਿਆ? ਦੇਖੋ, ਮੈਨੂੰ ਕਾਦੀਆਂ ਸਾਹਿਬ ਦੀ ਗੱਲ ਨਹੀਂ ਸੁਣੀ ਪੂਰੀ, ਕਿਉਂਕਿ ਉਹ ਪਤਾ ਨਹੀਂ ਕੋਈ ਡਿਸਟਰਬੈਂਸ ਸੀਗੀ। ਬਾਕੀ ਸਾਰਿਆਂ ਦੀ ਗੱਲ ਸੁਣੀ ਆ। ਮੇਰਾ ਫਿਰ ਇੱਕ ਵਾਰੀ ਤੇ ਗੱਲ ਕਹਿਣਾ ਆ ਕਿ ਜਿਹੜੇ ਇਸ ਮੂਵਮੈਂਟ ਦੇ ਚਿਹਰੇ ਬਣ ਕੇ ਉੱਭਰੇ ਆ, ਜਿਨ੍ਹਾਂ ਨੇ ਇੰਨੀ ਲੰਬੀ ਦੇਰ ਸੰਘਰਸ਼ ਕੀਤਾ ਔਰ ਸਿੱਦਕ ਤੇ ਸ਼ਿੱਦਤ ਦਿਖਾਇਆ, ਦੋਵੇਂ ਚੀਜ਼ਾਂ ਦਿਖਾਈਆਂ, ਉਹਨਾਂ ਨੂੰ ਅਜੇ ਵੀ ਸੰਯੁਕਤ ਜਿਹੜਾ ਕਿਸਾਨ ਮੋਰਚਾ ਉਹਦੇ ਵਿੱਚ ਡਿਸਕਸ ਕਰਕੇ ਹੀ ਕੋਈ ਵੱਡੇ ਬਿਆਨ ਦੇਣੇ ਚਾਹੀਦੇ। ਇਹ ਤੇ ਮੇਰਾ ਇੱਕ ਜਾਨੀ ਕਿਸਮ ਦਾ ਨੋਟ ਹੈਗਾ। ਦੂਜਾ ਕਿ ਕੀ ਕੋਈ ਹੋਰ ਵਿਕਲਪ ਬਚਿਆ ਕਿ ਨਹੀਂ ਬਚਿਆ? ਬਹੁਤ ਵਿਕਲਪ ਆ ਦੁਨੀਆ ਦੇ ਵਿੱਚ ਮੂਵਮੈਂਟ ਨੂੰ ਅੱਗੇ ਤੋਰਨ ਦੇ, ਖਾਸ ਕਰ ਸ਼ਾਂਤਮਈ ਢੰਗ ਦੇ ਨਾਲ। ਉਹ ਵੀ ਉਦੋਂ ਜਦੋਂ ਏਡੀ ਵੱਡੀ ਮੂਵਮੈਂਟ ਹੋਵੇ, ਇੰਨੇ ਉਹਦੇ ਚ ਅਲੱਗ-ਅਲੱਗ ਭਿੰਨ ਕਿਸਮ ਦੇ ਲੋਕ ਹੋਣ, ਉਹਦੇ ਚ ਅਲੱਗ-ਅਲੱਗ ਧਰਮਾਂ, ਜਾਤਾਂ, ਬੋਲੀਆਂ ਤੇ ਸੂਬਿਆਂ ਦੇ ਲੋਕ ਹੋਣ, ਤਾਂ ਉੱਥੇ ਹੋਰ ਵੀ ਬਹੁਤ
ਧਿਆਨ ਨਾਲ ਚੱਲਣ ਦੀ ਲੋੜ ਆ ਔਰ ਪਰ ਉਹਦੇ ਵਿੱਚ ਬਹੁਤ ਸਾਰੇ ਸਾਂਝੇ ਜਿਹੜੇ ਨਿਕਲ ਸਕਦੇ ਆ। ਫਾਰ ਇੰਸਟੈਂਸ ਮੈਂ ਬਹੁਤ ਦਿਨਾਂ ਤੋਂ ਬਹੁਤ ਰਾਦਰ ਕਈ ਮਹੀਨਿਆਂ ਤੋਂ ਇਸ ਗੱਲ ਦੀ ਐਡਵੋਕੇਸੀ ਕਰ ਰਿਹਾ ਕਿ ਜੇ ਜੇਲ੍ਹ ਭਰੋ ਵਾਲਾ ਜਿਵੇਂ ਅਕਾਲੀ ਕਿਸੇ ਵੇਲੇ ਐਮਰਜੈਂਸੀ ਦੇ ਦੌਰਾਨ ਉਹਨਾਂ ਨੇ ਮੋਰਚਾਬੰਦੀ ਸੀ, ਧਰਮ ਯੁੱਧ ਛੇੜਿਆ ਸੀ, ਹੁਣ ਇੱਕ ਕਿਸਾਨ ਲੀਡਰ ਨੇ ਵੀ ਕੱਲ ਬਿਆਨ ਦਿੱਤਾ ਕਿ ਇਹ ਹੁਣ ਜਨ ਅੰਦੋਲਨ ਧਰਮ ਯੁੱਧ ਬਣ ਚੁੱਕਾ। ਬਿਲਕੁਲ ਧਰਮ ਯੁੱਧ ਬਣ ਚੁੱਕਾ। ਸਾਡਾ ਧਰਮ ਕੀ ਆ? ਮਾਨਵਤਾ ਨੂੰ ਬਚਾਉਣਾ, ਜ਼ਮੀਨਾਂ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਦੇਸ਼ ਨੂੰ ਬਚਾਉਣਾ, ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ, ਸ਼ਾਂਤਮਈ ਰਹਿਣਾ, ਇਹ ਸਾਡਾ ਧਰਮ ਯੁੱਧ ਤੇ ਬਣ ਚੁੱਕਾ। ਜੇ ਇਹ ਧਰਮ ਯੁੱਧ ਆ ਤਾਂ ਆਪਾਂ ਨੂੰ ਧਰਮ ਯੁੱਧ ਮੋਰਚੇ ਦੇ ਪੈਟਰਨ ਤੇ ਕਾਦੀਆਂ ਸਾਹਿਬ ਤੋਂ ਰਿਐਕਸ਼ਨ ਲੈਣਾ ਫਿਰ ਜਾਨੀ ਸਾਹਿਬ ਤਿੰਨਾਂ ਮੋਰਚਿਆਂ ਸਾਹਿਬ ਆਪਸ਼ਨ ਦੇ ਲੈ ਕੇ ਹੁਣ ਬਿਲਕੁਲ ਕਾਦੀਆਂ ਸਾਹਿਬ, अगर मेरी आवाज मिल पा रही है तो ऑप्शंस की बचियां ने ऑप्शन ਤੁਹਾਨੂੰ ਪਹਿਲੇ ਪਤਾ ਹੀ ਹੈ ਜੀ, ਇੰਨੀ ਦੇਰ ਤੋਂ ਦੱਸ ਰਹੇ ਆਪਸ਼ਨ ਤਿੰਨ ਰਿਪੀਲ ਕਰਨ ਅਸੀਂ ਘਰ ਨੂੰ ਜਾਈਏ ਤਾਂ ਆਪਸ਼ਨ ਹੁਣ ਕੋਈ ਬਚੀ ਨਹੀਂ ਹੋਈ ਇਹਨਾਂ ਕੋਲ। ਜੋ ਪੰਜਾਬ ਨੇ ਕਹਿੰਦੇ ਪੰਜਾਬ ਦੀ ਘਬਰਾਹਟ ਤੋਂ ਆਵਾਜ਼ ਉੱਠੀ ਹੈ, ਹਰਿਆਣਾ ਉੱਠ ਗਿਆ, ਯੂਪੀ ਉੱਠ ਗਿਆ, ਰਾਜਸਥਾਨ, ਮੱਧ ਪ੍ਰਦੇਸ਼, ਮਤਲਬ ਮਹਾਰਾਸ਼ਟਰ, ਤਾਮਿਲਨਾਡੂ, ਹਰ ਜਗ੍ਹਾ ਪੰਚਾਇਤਾਂ ਹੋ ਰਹੀਆਂ, ਹਰ ਜਗ੍ਹਾ ਕਿਸਾਨ ਅਵੇਅਰ ਹੋ ਰਿਹਾ। ਜਿਹੜੇ ਲਾਜ਼ ਬਣੇ ਨੇ ਉਹਨਾਂ ਵਾਸਤੇ ਜਿਹੜੀਆਂ ਇਹਨਾਂ ਦੇ ਸਰਕਾਰਾਂ ਨੇ, ਜਿੱਥੇ ਇਹਨਾਂ ਦੀਆਂ ਸਟੇਟਸ ਦੇ ਸਰਕਾਰਾਂ ਨੇ, ਉੱਥੇ ਵੀ ਹੁਣ ਲੋਕ ਕਿਸਾਨ ਉੱਠ ਗਏ ਨੇ ਜਿਹੜੇ ਦਬਾ ਕੇ ਰੱਖੇ ਸੀ ਕੋਵਿਡ-19 ਨਾਲ, ਉਦੋਂ ਬਾਅਦ ਸਰਕਾਰਾਂ ਦੇ ਨਾਲ। ਹੁਣ ਸਾਰੇ ਕਿਸਾਨ ਇੱਕ ਪਲੇਟਫਾਰਮ ਤੇ ਆ ਚੁੱਕੇ ਨੇ, ਇੱਕ ਗੱਲ ਤੇ ਆ ਚੁੱਕੇ ਨੇ। ਹੁਣ 450 ਦੇ ਬੰਦੇ ਨੇ ਕਿਹਾ ਸੰਸਦ ਘੇਰਨ ਦੀ ਸਟ੍ਰੈਟਜੀ ਬਣਾ ਰਹੇ ਹੋ? ਨਹੀਂ, ਹਾਲੇ ਗੱਲ ਕੋਈ ਨਹੀਂ। ਇੱਕ ਬੰਦੇ ਦਾ ਵਿਚਾਰ ਸੀ, ਡਕੈਤ ਸਾਹਿਬ ਦਾ ਵਿਚਾਰ ਹੈ। ਹਾਲੇ ਸੰਯੁਕਤ ਮੋਰਚੇ ਦਾ ਕੋਈ ਐਜੀ ਮੀਟਿੰਗ ਨਹੀਂ ਹੋਊ। ਮੀਟਿੰਗ ਹੋਣ ਤੋਂ ਬਾਅਦ ਹੀ ਨਤੀਜਾ ਨਿਕਲਦਾ। 450 ਜਥੇਬੰਦੀਆਂ ਉਹਦੇ ਮੈਂਬਰ ਨੇ, ਉਹਨਾਂ ਦੇ ਗਾਂ ਨੁਮਾਇੰਦੇ ਆਉਂਦੇ ਨੇ। 100 ਤੋਂ 150 ਦੇ ਉੱਪਰ ਮੀਟਿੰਗ ਇਕੱਠੀ ਹੁੰਦੀ ਹੈ। 32 ਅਸੀਂ ਬੈਠਦੇ, ਉਸ ਤੋਂ ਬਾਅਦ ਫੈਸਲਾ ਹੁੰਦਾ। ਜਾਨੀ ਸਾਹਿਬ ਜੁੜੇ ਹੋਏ ਹੋ? ਜਾਨੀ ਸਾਹਿਬ ਸ਼ਾਇਦ ਮੇਰੇ ਖਿਆਲ ਫੋਨ ਉਹਨਾਂ ਦਾ ਡਿਸਕਨੈਕਟ ਹੋ ਗਿਆ। ਫੋਨ ਲਾਈਨ ਤੇ ਅਸੀਂ ਉਹਨਾਂ ਨੂੰ ਲੈ ਰਹੇ ਸੀ। ਸੋ ਪ੍ਰੋਫੈਸਰ ਸਾਹਿਬ ਜੀ ਪ੍ਰੋਫੈਸਰ ਸਾਹਿਬ ਹਾਂਜੀ ਹਾਂ, ਮੇਰੀ ਇੰਨੀ ਗੱਲ ਕੰਪਲੀਟ ਕਰਨੀ ਸੀ, ਵਿੱਚੋਂ ਰਹਿ ਗਈ ਕਿ ਨੰਬਰ 1 ਕਿ ਸਾਡੀ ਸਭ ਤੋਂ ਵੱਧ ਪ੍ਰਾਇੋਰਟੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਬਿਲਕੁਲ ਸ਼ਾਂਤਮਈ ਸੰਘਰਸ਼ ਰਹਿਣਾ ਚਾਹੀਦਾ। ਕਿਸੇ ਵੀ ਕਨਫਰੰਟੇਸ਼ਨ, ਜਿਵੇਂ ਵੈਦ ਜੀ ਕਹਿ ਰਹੇ ਆ, ਨਹੀਂ ਪੈਣਾ ਚਾਹੀਦਾ। ਉਹਦੇ ਚ ਸਾਡੀ ਮੂਵਮੈਂਟ ਨੂੰ ਨੁਕਸਾਨ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ ਔਰ ਸਰਕਾਰ ਨੂੰ ਫਾਇਦਾ ਉਹਦੇ ਚ ਜ਼ਿਆਦਾ ਹੁੰਦਾ, ਕਿਉਂਕਿ ਉਹਨਾਂ ਕੋਲ ਬਹੁਤ ਵੱਡੀ ਮਸ਼ੀਨ ਆਪਰੇਸ਼ਨ ਵਾਲੀ ਹੁੰਦੀ ਆ। ਦੂਜੀ ਜਿਹੜੀ ਗਿਆਨੀ ਸਾਹਿਬ ਨੇ ਸਵਾਲ ਖੜਾ ਕੀਤਾ ਕਿ ਜੀ ਕੈਦ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ, ਕਿ ਉਹਨਾਂ ਨੇ ਮੇਰੇ ਕੋਲ ਪ੍ਰਾਈਵੇਟਲੀ ਮੇਰੇ ਕੰਨ 'ਚ ਫੂਕ ਮਾਰੀ। ਇਹ ਹੁੰਦਾ ਕਿ ਲੀਡਰਾਂ ਦੇ ਵਿੱਚ ਆਪਸ ਵਿੱਚ ਛੰਕੇ ਖੜੇ ਕਰ ਦੇਣੇ ਕਿ ਮੈਂ ਚਰਨ ਸਿੰਘ ਦੇ, ਚੌਧਰੀ ਚਰਨ ਸਿੰਘ ਦੀ ਆਤਮਾ ਨੂੰ ਹੁਣੇ ਸ਼ਾਂਤੀ ਮਿਲੀ ਆ। ਮੈਨੂੰ ਪੱਕਾ ਪਤਾ ਕਿ ਅੱਜ ਤੋਂ 30-35 ਸਾਲ ਪਹਿਲਾਂ ਭਾਵੇਂ ਉਹ ਸਾਡੇ ਪੰਜਾਬ ਦੇ ਵੱਡੇ ਲੀਡਰ ਸੀ ਤੇ ਭਾਵੇਂ ਚੌਧਰੀ ਚਰਨ ਸਿੰਘ ਦੇ BKU ਦੇ ਲੀਡਰ ਸੀ, ਉਹ ਜਾਨੀ ਸਾਹਿਬ ਜੁੜ ਕੇ ਇਹਨਾਂ ਨੇ ਕਮੈਂਟ ਲੈ ਲਾ ਲਾਸਟ ਜਾਨੀ ਸਾਹਿਬ ਮਰਜ਼ੀ। ਹੁਣ ਇਸ ਵੇਲੇ ਹੈ ਕਿ ਇੱਕ ਤਰੀਕੇ ਦਾ ਦੁਬਾਰੇ ਡੈਡਲੌਕ, ਪਰ ਅੱਜ ਦੀ ਡੇਟ ਦੇ ਵਿੱਚ ਇਹ ਨਹੀਂ ਇਹ ਗੱਲ ਠੀਕ ਹੈਗੀ। ਫਿਰ ਉਹ ਡੈਡਲੌਕ ਤੋੜਨ ਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪਈਆਂ ਸੀ। ਸੋ ਤੁਸੀਂ ਤੇ ਘੱਟੋ ਘੱਟ ਪੰਜਾਬ ਨਾਲ ਜੁੜੇ ਹੋਏ ਹੋ ਤੇ ਤੁਸੀਂ ਤੇ ਇਹ ਐਫਰਟ ਕਰਕੇ ਘੱਟੋ ਘੱਟ ਕੋਈ ਜੇ ਮੀਟਿੰਗ ਫਿਕਸ ਹੋਊਗੀ ਤੇ ਫਿਰ ਰਸਤੇ ਵੀ ਨਿਕਲੇ ਆਉਂਦੇ ਆ, ਕੋਈ ਘੱਟੋ ਘੱਟ ਬਣੇ ਤਾਂ ਸੀ ਨਾ ਕੋਈ ਸਬਬ। ਬਰਾੜ ਸਾਹਿਬ ਮੇਰੀ ਗੱਲ ਸੁਣੋ। ਪਿਛਲੇ ਇੱਕ ਨਾ 8 ਤਾਰੀਖ ਨੂੰ ਮੀਟਿੰਗ ਅਮਿਤ ਸ਼ਾਹ ਜੀ ਨਾਲ ਹੋਈ ਸੀ ਤੇ ਉਹਦੇ ਵਿੱਚ ਨਾ ਜਥੇਬੰਦੀ ਦੀ ਸਾਰੀ ਗੱਲ ਅਮਿਤ ਸ਼ਾਹ ਜੀ ਨੇ ਕਹਿਤੀ ਸੀਗੀ ਵੀ ਇਹ ਸਾਡੀ ਜੋ ਡਿਮਾਂਡ ਹੈ ਇਹ ਸਾਡੀ ਪੂਰੀ, ਤੇ ਪ੍ਰਪੋਜ਼ਲ ਵੀ ਇਹਨਾਂ ਨੇ ਕਿਹਾ ਭੇਜਤੀ ਸੀਗੀ। ਤੇ ਫਿਰ ਇਹਨਾਂ ਨੇ ਜਾ ਕੇ ਪ੍ਰਪੋਜ਼ਲ ਪਾੜਤੀ ਤੇ ਕਿਹਾ ਜੀ ਅਸੀਂ ਤਾਂ ਯੈਸ ਔਰ ਨੋ ਤੇ ਗੱਲ ਕਰਾਂਗੇ। ਫਿਰ ਯੈਸ ਔਰ ਨੋ ਜਦੋਂ ਹਾਂ ਤੇ ਨਾ ਤੇ ਗੱਲ ਹੁੰਦੀ, ਫਿਰ ਮੀਟਿੰਗ ਦਾ ਮਹੱਤਵ ਨਹੀਂ ਰਹਿ ਜਾਂਦਾ। ਮੀਟਿੰਗ ਦਾ ਫਿਰ ਕਾਰਨ ਉਸ ਤੋਂ ਬਾਅਦ ਅੱਗੇ ਵੀ ਚਲੀ ਗਈ ਸੀ ਨਾ ਜੀ, ਉਸ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਈਆਂ। ਫਿਰ ਜਦੋਂ ਆਖਰੀ ਦੌਰ, ਫਿਰ ਜਦੋਂ 26 ਤਰੀਕ ਨੂੰ ਸਿਚੁਏਸ਼ਨ ਬਦਲ ਗਈ, ਹੁਣ ਕਿਸੇ ਤਰੀਕੇ ਨਾਲ ਤਾਂ ਤੋਰਨਾ ਪਊਗਾ। ਉਹ ਬਰਾੜ ਸਾਹਿਬ ਮੇਰੀ ਗੱਲ ਤਾਂ ਸੁਣੋ ਜੀ। ਫਿਰ ਮੀਟਿੰਗ ਜਿਹੜੀ ਹੈ ਉਹ ਨਹੀਂ ਹੋਈ। ਯੈਸ ਔਰ ਨੋ ਤੇ ਕਾਹਦੀ ਮੀਟਿੰਗ ਹੁੰਦੀ, ਹਾਂ ਤੇ ਨਾ ਤਾਂ ਬੈਠੇ ਬਿਠਾਏ ਹੋ ਸਕਦੀ ਹੈ। ਫਿਰ ਜਥੇਬੰਦੀਆਂ ਨੇ ਖੁਦ ਕਿਹਾ ਸੀ ਵੀ ਅਸੀਂ ਯੈਸ ਔਰ ਨੋ ਤੋਂ ਅੱਗੇ ਵੱਧ ਕੇ ਗੱਲ ਕਰਨ ਨੂੰ ਤਿਆਰ ਹੈਗੇ ਆ। ਫਿਰ ਅਸੀਂ ਵਿੱਚ ਪੈ ਕੇ ਤਾਂ ਗੱਲ ਜਿਹੜੀ ਕਰਵਾਈ ਸੀਗੀ। ਔਰ ਜਦੋਂ ਯੈਸ ਔਰ ਨੋ ਤੇ ਗੱਲ ਕਰਨੀ ਹੈ ਜਥੇਬੰਦੀਆਂ ਦੇ, ਦੇਖੋ ਇਹਨਾਂ ਦੇ, ਇਹ ਦੇਖੋ ਮੇਰੀ ਜਥੇਬੰਦੀਆਂ ਤਾਂ ਤਿਆਰ ਨੇ। ਕਾਦੀਆ ਸਾਹਿਬ ਦੱਸ ਦਿਓ, ਤੁਸੀਂ ਕਾਦੀਆ ਸਾਹਿਬ ਦੱਸਿਓ ਮਾੜਾ ਜਾ। ਕਾਦੀਆ ਸਾਹਿਬ ਇਹ ਮੀਟਿੰਗ ਦੱਸੋ ਮੀਟਿੰਗ ਲਈ ਤਿਆਰ ਆ, ਜਦੋਂ ਮਰਜ਼ੀ ਬੁਲਾਉਣ। ਜਿਹੜੀ ਯੈਸ ਔਰ ਨੋ ਦੀ ਗੱਲ ਕਰਦੇ ਆ, ਇਹ 6 ਮੀਟਿੰਗਾਂ ਪਹਿਲਾਂ ਦੀ ਗੱਲ ਆ। ਉਸ ਤੋਂ ਬਾਅਦ 5 ਮੀਟਿੰਗਾਂ ਹੋਰ ਹੋ ਗਏ, 11ਵੇਂ ਦੌਰ 'ਚ ਪਹੁੰਚ ਚੁੱਕੀ ਹੈ ਗੱਲ। ਇਹਦੇ ਪਹਿਲੇ ਦੌਰ 'ਚ ਫਿਰ ਰਹੇ ਨੇ, ਜਿਹੜੇ ਦੌਰ 'ਚ ਵਿੱਚੋਂ ਨਿਕਲ ਕੇ ਸੀ ਉਹ ਦੌਰ 'ਚ ਆ ਚੁੱਕੀ ਆ। ਹੁਣ ਜਿਹੜੀ ਵੀ ਨੈਗੋਸ਼ੀਏਸ਼ਨ ਆ ਉਹ ਰਿਪੀਲ ਦੇ ਉੱਤੇ ਆ। 2 ਕਾਨੂੰਨਾਂ ਦੀ ਗੱਲ ਹੋ ਚੁੱਕੀ ਹੈ, ਵਾਪਸ ਲੈ ਚੁੱਕੇ ਜਿਹੜੇ
ਇਹਨਾਂ ਨੇ ਬਣਾਏ ਸੀਗੇ ਆਰਡੀਨੈਂਸ ਜਾਰੀ ਕੀਤੇ ਬਿਜਲੀ ਦਾ ਤੇ ਪਰਾਲੀ ਦਾ, ਤੇ ਹੁਣ 3 ਕਾਨੂੰਨ ਦੇ ਉੱਤੇ ਤੇ ਐਮਐਸਪੀ ਦੇ ਉੱਤੇ ਗੱਲ ਕਰਨੀ ਹੈ। ਉਹਦੀਆਂ ਹੁਣ ਸਟੇਟ ਦੇ ਵਿੱਚ ਜਿਹੜੀਆਂ ਵੀ ਸਟੇਟ ਸ਼ਾਮਲ ਹੋਈਆਂ ਉਹ ਪੂਰੀ ਵਾਰਤਾ ਸਾਡੀ ਕੁਝ ਦਿਨਾਂ ਚ ਯਾਨੀ ਤੁਸੀਂ ਇਹ ਕਾਦੀਆ ਸਾਹਿਬ ਤੁਸੀਂ ਐਕਸਪੈਕਟ ਕਰ ਰਹੇ ਹੋ ਵੀ ਸਰਕਾਰ ਹੁਣ ਸਾਨੂੰ ਰਿਟਰਨ ਦੇ ਵਿੱਚ ਸੱਦਾ ਦੇਵੇਗੀ ਔਰ ਤੁਸੀਂ ਤਿਆਰ ਹੋ ਜਾਣ ਲਈ? ਸਿੱਧੀ ਜੀ ਗੱਲ ਇਹ ਹੈ। ਪਹਿਲਾਂ ਪਿਛਲੀ ਵਾਰ ਡੈਡਲੌਕ ਇਦਾਂ ਟੁੱਟਿਆ ਸੀ, ਇਹਨਾਂ ਨੇ ਅਮੈਂਡਮੈਂਟਸ ਲਿਖ ਕੇ ਦਿੱਤੀਆਂ ਸੀਗੀਆਂ, ਅਸੀਂ ਉਹ ਅਮੈਂਡਮੈਂਟ ਗਏ ਮੀਟਿੰਗ ਦੇ ਵਿੱਚ, ਅਸੀਂ ਕਿਹਾ ਤਾਂ ਨਹੀਂ ਸਾਨੂੰ ਅਮੈਂਡਮੈਂਟ ਮਨਜ਼ੂਰ ਨਹੀਂ। ਉਸ ਤੋਂ ਬਾਅਦ ਮੀਟਿੰਗ ਰੱਖੀ, ਉਸ ਤੋਂ ਬਾਅਦ ਇਹਨਾਂ ਨੇ ਆਪਣਾ ਪ੍ਰਪੋਜ਼ਲ ਰੱਖਿਆ, ਅਸੀਂ ਆ ਕੇ ਆਪਣਾ ਪ੍ਰਪੋਜ਼ਲ ਦੁਬਾਰਾ ਡਿਸਕਸ ਕੀਤਾ, ਫਿਰ ਨਹੀਂ ਹੋਇਆ ਵੀ ਨਹੀਂ ਇਹ ਪ੍ਰਪੋਜ਼ਲ ਸਾਨੂੰ ਨਾ ਮਨਜ਼ੂਰ ਹੈ। ਇਹ ਜਿਵੇਂ ਕਹਿੰਦੇ ਆ ਵੀ 30 ਦਿਨ ਦਾ ਜਾਂ 40 ਦਿਨ ਦਾ ਡੈਡਲੌਕ ਲਾ ਕੇ ਇਹ ਕੀ ਦੱਸਣਾ ਚਾਹੁੰਦੇ ਦੇਸ਼ ਨੂੰ ਤੇ ਕਿਸਾਨਾਂ ਨੂੰ, ਕੀ ਦੱਸਣਾ ਚਾਹੁੰਦੇ ਵੀ ਕਿੰਨਾ ਕਿ ਹੈਗਾ। ਤੇ ਉਸ ਤੋਂ ਬਾਅਦ ਪਾਰਲੀਮੈਂਟ 'ਚ ਇਹ ਬੋਲ ਰਹੇ ਵੀ ਕੀੜੇ ਮਕੌੜੇ ਜਿਹੜੇ ਇੱਥੇ ਬੈਠੇ ਆ ਇਹ ਅੰਦੋਲਨ ਛੋਟਾ ਜਿਹਾ ਕਮੈਂਟ ਦੇ ਦਿਓ, ਤੋਂ ਬਾਅਦ ਨਹੀਂ ਦੱਸਿਆ ਜਾ ਰਿਹਾ ਹੈਗਾ। ਕੋਈ ਡੈਡਲੌਕ ਟੁੱਟਣ ਦੇ ਹੁਣ ਅਸਾਰ ਬਣਦੇ ਆ ਜਾਂ ਨਹੀਂ? ਬੜਾ ਸਿੱਧਾ ਜਾਂ ਸਪਸ਼ਟ ਦੇਖੋ ਗੱਲ ਸੁਣੋ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਪ੍ਰਾਰਥਨਾ ਕਰਤੀ, ਇੱਕ ਟੈਲੀਫੋਨੀ ਦੀ ਦੂਰੀ ਹੈ, ਤੋਮਰ ਸਾਹਿਬ ਨੂੰ ਫੋਨ ਕਰਨ ਦੀ ਮੀਟਿੰਗ ਰੱਖ ਲੈਣ। ਕਿਹਨੇ ਰੋਕਿਆ ਮੀਟਿੰਗ ਵਾਸਤੇ? ਤੁਸੀਂ ਸਿੱਧੀ ਡੇਟ ਹੀ ਦੇ ਦਿਓ ਵੀ ਆਜੋ ਜੀ, ਉਹਦੇ ਚ ਵੀ ਕਿਹਨੇ ਰੋਕਿਆ? ਸਿੱਧੀ ਗੱਲ ਖਤਮ ਹੋ ਜੂਗੀ। ਇਹ ਤਾਂ ਫਿਰ ਉਹੀ ਅੜੀ ਤੇ ਗੱਲ ਆ ਗਈ, ਉਹ ਤਾਂ ਇੰਡੀਆ ਲੈਵਲ ਦੀ ਗੱਲ ਹੋ ਗਈ ਹੈ ਜੀ। ਦੇਖੋ ਗੱਲ ਸੁਣੋ ਮੇਰੀ, ਜੇ ਅਗਰ ਮੇਰੀ ਗੱਲ ਸੁਣੋ ਕਿ ਇਹ ਮਤਲਬ ਜਥੇਬੰਦੀਆਂ ਨਾ ਜੀ, ਮੈਂ ਜਥੇਬੰਦੀਆਂ ਦੇ ਜਦੋਂ ਦਾ ਸੰਘਰਸ਼ ਚੱਲਿਆਂ ਦੇ ਨਾਲ ਹੀ ਜੁੜਿਆ ਆ ਰਿਹਾ, ਇਹ ਤਾਂ ਅੱਗੇ ਤੋਂ ਅੱਗੇ ਵਧੀ ਜਾਂਦੇ ਆ। ਇਹ ਕਾਨੂੰਨ ਚਲੋ ਤੁਸੀਂ ਪੰਜਾਬ ਨਾਲ ਸੰਬੰਧਿਤ ਹੋ, ਤੁਸੀਂ ਕੋਸ਼ਿਸ਼ ਕਰਕੇ ਤੁਹਾਡੀ ਤਾਂ ਉਨੀ ਜ਼ਿੰਮੇਵਾਰੀ ਬਣਦੀ ਹੈ ਨਾ ਗਿਆਨੀ ਸਾਹਿਬ। ਜੇ ਅਸੀਂ ਕਹਿ ਰਹੇ ਹਾਂ ਵਾਰੀ-ਵਾਰੀ ਵੀ ਤੁਸੀਂ ਇੱਕ ਮੀਟਿੰਗ ਫਿਕਸ ਕਰਾਓ, ਮੀਟਿੰਗ ਗੱਲਬਾਤ ਤੇ ਅੱਗੇ ਵਧੇ, ਤਾਂ ਤੁਸੀਂ ਵੀ ਪੰਜਾਬ ਦੇ ਹੋਣ ਦੇ ਨਾਤੇ ਕੋਸ਼ਿਸ਼ ਕਰ ਲਓ। ਇੱਕ ਹੋਰ ਜੀ ਬਰਾੜ ਸਾਹਿਬ ਕਹਿਣ ਨੂੰ ਇਹ ਕਹਿੰਦੇ ਨੇ ਅਮਨ ਸ਼ਾਂਤੀ, ਉਹ ਸਾਨੂੰ ਦੇਖੋ ਸਾਡੇ 2.5 ਮਹੀਨੇ ਦੇ ਘਰਾਂ ਦੇ ਅੱਗੇ ਇਹਨਾਂ ਦੇ ਜਥੇਬੰਦੀਆਂ ਲੋਕ ਬੈਠੇ ਨੇ, ਮੁਰਦਾਬਾਦ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੇ ਅੱਗੇ ਬੈਠੇ ਨੇ, ਸਾਡੇ ਇਲੈਕਸ਼ਨਾਂ 'ਚ ਇਹ ਕਹਿੰਦੇ ਅਸ਼ਾਂਤੀਪੂਰਕ, ਉਹ ਸ਼ਾਂਤੀ ਇਹਨੂੰ ਕਹਿੰਦੇ ਨੇ, ਸਾਡੇ ਤਾਂ ਇਹ ਸ਼ਾਂਤੀ ਇਹਨਾਂ ਨੇ ਭੰਗ ਕੀਤੀ ਹੋਈ ਹੈ। ਚਲੋ ਠੀਕ ਹੈ, ਹੁਣ ਮੇਰੇ ਕੋਲ ਸਮਾਂ ਖਤਮ ਹੋ ਗਿਆ। ਵੈਸੇ ਗੱਲਬਾਤ ਬੜੀ ਇੰਟਰਸਟਿੰਗ ਸੀ, ਕਿਸੇ ਨਾ ਕਿਸੇ ਸਿਰੇ ਜੇ ਲੱਗੂਗੀ ਤਾਂ ਇਦਾਂ ਹੀ ਲੱਗੂਗੀ। ਚਲੋ ਫਿਲਹਾਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ, ਸਾਰੇ ਮਹਿਮਾਨਾਂ ਦਾ ਗੱਲਬਾਤ ਕਰਨ ਦੇ ਲਈ। ਪਰ ਇੱਕ ਤਰੀਕੇ ਦਾ ਡੈਡਲੌਕ ਬਣ ਚੁੱਕਿਆ ਜਿਹੜਾ ਫਿਲਹਾਲ ਟੁੱਟਦਾ ਨਜ਼ਰ ਨਹੀਂ ਆ ਰਿਹਾ। ਸੋ ਦੋਨੇ ਧਿਰਾਂ ਇਹ ਕਹਿ ਰਹੀਆਂ ਕਿ ਗੱਲਬਾਤ ਕਰਨ ਨੂੰ ਤਿਆਰ ਨੇ, ਪਰ ਜਿਹੜਾ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਕਿਸਾਨ ਸਾਨੂੰ ਜਿਹੜਾ ਹੈ ਪ੍ਰਪੋਜ਼ਲ ਦੇਣ, ਫਿਰ ਅਸੀਂ ਉਸ ਤੇ ਅੱਗੇ ਵਿਚਾਰਾਂਗੇ। ਕਿਸਾਨ ਕਹਿੰਦੇ ਨੇ ਅਸੀਂ ਤਿਆਰ ਹਾਂ, ਸਰਕਾਰ ਜਦੋਂ ਸਾਨੂੰ ਸੱਦੂਗੀ ਅਸੀਂ ਮੀਟਿੰਗ ਦੇ ਲਈ ਜਾਵਾਂਗੇ। ਪਰ ਇੱਕ ਤਰੀਕੇ ਦਾ ਡੈਡਲੌਕ ਬਣ ਕੇ ਰਹਿ ਗਿਆ। ਹੁਣ ਦੇਖਣਾ ਹੋਵੇਗਾ ਕਦੋਂ ਟੁੱਟੇਗਾ, ਜਾਂ ਫਿਰ ਸੰਸਦ ਘੇਰਨਾ ਹੀ ਆਖਰੀ ਜਿਹੜਾ ਹੈ ਉਹ ਹੱਲਾ ਕਿਸਾਨਾਂ ਦਾ ਹੋਏਗਾ। ਇਸ ਡਿਬੇਟ ਦੇ ਵਿੱਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਆ ਕੇ ਜਵਾਬ ਦੇਵਾਂਗੇ ਅੱਜ ਦੇ ਸਵਾਲ ਦਾ। ਤੇ ਹੁਣ ਵਾਰੀ ਸਾਡੇ ਅੱਜ ਦੇ ਸਵਾਲ ਦੇ ਜਵਾਬ ਦੀ। ਅਸੀਂ ਇਸ ਡਿਬੇਟ ਦੇ ਸ਼ੁਰੂਆਤ 'ਚ ਸਵਾਲ ਪੁੱਛਿਆ ਸੀ ਕਿ ਕੀ ਹੁਣ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਸੰਸਦ ਘੇਰਨ ਦਾ ਹੀ ਰਾਹ ਬਚਿਆ ਹੈ, ਯਾਨੀ ਕਿ ਸੰਸਦ ਘੇਰ ਕੇ ਹੀ ਖੇਤੀ ਕਾਨੂੰਨ ਵਾਪਸ ਕਰਵਾਏ ਜਾ ਸਕਦੇ ਨੇ। 68% ਲੋਕਾਂ ਦਾ ਜਵਾਬ, ਦਰਸ਼ਕਾਂ ਦਾ ਜਵਾਬ ਯੈਸ ਦੇ ਵਿੱਚ ਯਾਨੀ ਹਾਂ ਦੇ ਵਿੱਚ ਆਇਆ ਹੈ, ਔਰ 32% ਜਿਹੜੇ ਨੇ ਉਹ ਨਾ ਦੇ ਵਿੱਚ ਉਹਨਾਂ ਨੇ ਆਪਣਾ ਜਵਾਬ ਭੇਜਿਆ ਹੈ। 68% ਲੋਕ ਇਹ ਮੰਨਦੇ ਨੇ ਕਿ ਹਾਂ ਸੰਸਦ ਘੇਰਨਾ ਹੀ ਇੱਕ ਰਸਤਾ ਹੈ। ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਜਾਰੀ ਰਹੇਗਾ।